ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਅੰਮ੍ਰਿਤਪਾਲ ਕੌਰ। ਸਰੋਤਿਓ, ਕਹਿੰਦੇ ਨੇ ਨਾ ਕਿ ਪਤੀ ਪਤਨੀ ਦਾ ਰਿਸ਼ਤਾ ਆਪਸੀ ਇੱਜ਼ਤ ਤੇ ਇੱਕ ਦੂਜੇ ਦੀ ਸਾਂਭ ਸੰਭਾਲ 'ਤੇ ਨਿਰਭਰ ਕਰਦਾ ਹੈ। ਜੇ ਦੋਵੇਂ ਇੱਕ ਦੂਜੇ ਦਾ ਖਿਆਲ ਰੱਖਦੇ ਹੋਏ ਆਪਣੇ ਪਰਿਵਾਰ ਦੀ ਕੇਅਰ ਕਰਦੇ ਨੇ ਤਾਂ ਜਿਹੜੀਆਂ ਪਿਆਰ ਦੀਆਂ ਤੰਦਾਂ ਨੇ ਉਹ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਨੇ। ਸੋ ਅੱਜ ਅਸੀਂ ਜਿਸ ਕਪਲ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਉਹ ਦੋਵੇਂ ਹੀ ਨੌਕਰੀ ਪੇਸ਼ਾ ਹੋਣ ਦੇ ਬਾਵਜੂਦ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਰਹੇ। ਜੀ ਹਾਂ, ਫਿਰ ਲੋ ਬਹੁਤਾ ਇੰਤਜ਼ਾਰ ਨਾ ਕਰਦੇ ਹੋਏ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਪ੍ਰੋਫੈਸਰ ਰਾਜਦੀਪ ਸਿੰਘ ਧਾਲੀਵਾਲ ਹੋਰਾਂ ਨਾਲ, ਜੋ ਮੁਖੀ ਨੇ ਬਨਸਪਤੀ ਵਿਗਿਆਨ ਦੇ ਖਾਲਸਾ ਕਾਲਜ ਪਟਿਆਲਾ ਵਿਖੇ, ਤੇ ਨਾਲ ਉਹਨਾਂ ਦੇ ਹਮਸਫਰ ਡਾਕਟਰ ਅਕਸ਼ਿਤਾ ਧਾਲੀਵਾਲ, ਜੋ ਅਸਿਸਟੈਂਟ ਪ੍ਰੋਫੈਸਰ ਨੇ ਬਨਸਪਤੀ ਵਿਗਿਆਨ ਦੇ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਵਿਖੇ। ਤੇ ਸਰ ਰਾਜਦੀਪ ਸਿੰਘ ਧਾਲੀਵਾਲ ਤੇ ਮੈਡਮ ਅਕਸ਼ਿਤਾ ਜੀ, ਤੁਹਾਡਾ ਅਸੀਂ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਕਰਦੇ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ, ਸਾਨੂੰ ਇੱਥੇ ਸੱਦਿਆ ਤੁਸੀਂ ਤੇ ਮੌਕਾ ਦਿੱਤਾ ਜੀ। ਰਾਜਦੀਪ ਸਿੰਘ ਜੀ, ਪਹਿਲਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਹਾਡਾ ਬਚਪਨ ਕਿੱਥੇ ਬੀਤਿਆ, ਕਿੱਥੋਂ ਤੁਸੀਂ ਸਟੱਡੀ ਹਾਸਿਲ ਕੀਤੀ, ਕਿਸ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ? ਮੈਡਮ ਧੰਨਵਾਦ ਜੀ, ਤੁਸੀਂ ਇੱਥੇ ਸਾਨੂੰ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ 'ਚ ਸੱਦਿਆ। ਮੇਰਾ ਜਨਮ ਪਿੰਡ ਰੁੜਕਾ ਕਲਾਂ ਦਾ ਹੈ ਜੀ, ਡਿਸਟ੍ਰਿਕਟ ਜਲੰਧਰ ਦਾ। ਵੈਸੇ ਜੱਦੀ ਪਿੰਡ ਮੇਰਾ ਕੰਗਣੀਵਾਲ ਹੈ, ਉਹ ਵੀ ਜ਼ਿਲ੍ਹਾ ਜਲੰਧਰ 'ਚ ਹੈ। ਸੋ ਬਚਪਨ ਤੋਂ ਅਸੀਂ ਸ਼ਹਿਰ ਫਗਵਾੜੇ ਰਹੇ। ਮੇਰੇ ਫਾਦਰ ਸਾਹਿਬ ਪ੍ਰੋਫੈਸਰ ਸਤਨਾਮ ਸਿੰਘ ਧਾਲੀਵਾਲ, ਉਹ ਗੁਰੂ ਨਾਨਕ ਕਾਲਜ ਸੁਖਚੈਨਣਾ ਸਾਹਿਬ ਫਗਵਾੜਾ ਵਿਖੇ ਅਧਿਆਪਕ ਸਨ, ਪ੍ਰੋਫੈਸਰ ਸਨ ਜੀ, ਹਿਸਟਰੀ ਵਿਭਾਗ ਦੇ ਮੁਖੀ ਸਨ। ਮੇਰੇ ਮਾਤਾ ਜੀ ਵੀ ਜੌਬ ਕਰਦੇ ਰਹੇ ਨੇ, ਉਹ ਸਰਕਾਰੀ ਸਕੂਲ 'ਚੋਂ ਹੈਡਮਿਸਟਰਸ ਰਿਟਾਇਰ ਹੋਏ, ਸਾਇੰਸ ਦੇ ਅਧਿਆਪਕ ਸਨ। ਔਰ ਫਗਵਾੜੇ ਵਿਖੇ ਰਹਿ ਕੇ ਤੇ ਜ਼ਿਆਦਾ ਜੀਵਨ ਮੈਡਮ ਮੇਰਾ ਹੋਸਟਲ ਦੀ ਜੀਵਨ 'ਚ ਹੀ ਰਿਹਾ, ਕਿਉਂਕਿ ਮੇਰੇ ਪਿਤਾ ਜੀ ਜ਼ਿਆਦਾ ਇਸ ਚੀਜ਼ ਦੇ ਧਾਰਨੀ ਸਨ ਕਿ ਜੇ ਬਚਪਨ ਦੇ ਵਿੱਚ ਬੱਚੇ ਨੂੰ ਟ੍ਰੇਨਿੰਗ ਦਿੱਤੀ ਜਾਵੇ। ਪਹਿਲਾਂ ਉਹਨਾਂ ਨੇ ਟ੍ਰੇਨ ਕੀਤਾ, ਫਿਰ ਉਹਨਾਂ ਨੇ ਸਿਖਾਇਆ ਵੀ ਤੈਨੂੰ ਹੋਸਟਲ ਭੇਜਣਾ। ਸੋ ਕਾਫੀ ਸਾਲ ਮੈਂ ਹੋਸਟਲ ਦੇ ਵਿੱਚ ਹੀ ਰਿਹਾ। ਸੋ ਉਹਦੇ ਵਿੱਚ ਹੀ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਪੜ੍ਹੇ ਜੀ, DAV ਕਾਲਜ ਜਲੰਧਰ ਵਿਖੇ ਪੜ੍ਹੇ। ਫਿਰ ਉਸ ਉਪਰੰਤ ਆਪਣੀ ਹਾਇਰ ਐਜੂਕੇਸ਼ਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ। ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੱਕ ਪਹੁੰਚਣ ਤੱਕ ਬਹੁਤ ਕੁਝ ਸਿੱਖਿਆ। ਬਾਕੀ ਦੀ ਜੋ ਵੀ ਜਿਹੜੀ ਹੈਗੀ ਆ ਗਿਆਨ ਦੀ ਪ੍ਰਾਪਤੀ ਹੈ, ਸਮਾਜ 'ਚ ਵਿਚਰਨ ਦੀ ਜੋ ਹੈ ਸਾਨੂੰ ਸਿੱਖਿਆ ਮਿਲਦੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਹੁਤ ਇਹਦੇ 'ਚ ਰੂਪ ਰੇਖਾ ਤਿਆਰ ਕੀਤੀ ਹੈ। ਬੜੇ ਮੈਂ ਇਹਨੂੰ ਭਾਗਾਂ ਵਾਲਾ ਸਮਝਦਾ ਕਿ ਆਪਾਂ ਨੂੰ ਚੰਗੀ ਜਗ੍ਹਾ ਪੜ੍ਹਨ ਨੂੰ ਮਿਲੇ, ਕਿਉਂਕਿ DAV ਕਾਲਜ ਜਲੰਧਰ, ਲੈਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਇਲਾਕੇ ਦੇ ਸਾਡੇ ਬਹੁਤ ਤਕੜੀਆਂ ਸੰਸਥਾਵਾਂ ਨੇ। ਔਰ ਉਹਨਾਂ ਦੇ ਵਿੱਚ ਵੀ ਅਧਿਆਪਨ ਕਾਰਜ ਦੇ ਨਾਲ ਨਾਲ ਬਹੁਤ ਵਧੀਆ ਵਧੀਆ ਅਧਿਆਪਕਾਂ ਦੇ ਕੋਲੋਂ ਪੜ੍ਹਨ ਦਾ ਮੌਕਾ ਮਿਲਦਾ ਹੈ। ਇਹ ਬੰਦੇ ਦੀ ਖੁਸ਼ਕਿਸਮਤੀ ਹੁੰਦੀ ਹੈ ਜੀ। ਬਹੁਤ ਵਧੀਆ ਸੰਸਥਾਵਾਂ ਤੋਂ ਤੁਸੀਂ ਸਿੱਖਿਆ ਹਾਸਿਲ ਕੀਤੀ ਹੈ, ਤਾਂ ਹੀ ਮੈਨੂੰ ਲੱਗਦਾ ਤੁਸੀਂ ਅੱਜ ਇਸ ਅਹੁਦੇ 'ਤੇ ਪਹੁੰਚੇ ਹੋਏ ਹੋ। ਜੀ ਬਿਲਕੁਲ ਜੀ। ਮੈਡਮ ਅਕਸ਼ਿਤਾ ਜੀ, ਹੁਣ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਕਿਹੜੀ ਸੰਸਥਾਵਾਂ ਤੋਂ ਤੁਸੀਂ ਜਿਹੜੀ ਸਟੱਡੀ ਹੈ ਉਹ ਹਾਸਿਲ ਕੀਤੀ? ਹਾਂਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਡਮ, ਤੁਸੀਂ ਸਾਨੂੰ ਇੱਥੇ ਸੱਦਿਆ ਜੀ। ਮੈਂ ਬੇਸਿਕਲੀ ਅੰਬਾਲਾ ਕੈਂਟ ਤੋਂ ਬਿਲੋਂਗ ਕਰਦੀ ਹਾਂ ਤੇ ਮੇਰਾ ਜਨਮ ਵੀ ਅੰਬਾਲਾ ਸਿਟੀ 'ਚ ਹੋਇਆ ਸੀਗਾ ਤੇ ਮੈਂ ਆਪਣੀ ਸਟੱਡੀਜ਼ ਮੇਰੀ ਜ਼ਿਆਦਾਤਰ ਸਾਰੀ ਅੰਬਾਲਾ ਕੈਂਟ ਤੋਂ ਕੀਤੀ ਹੈ। ਉਸ ਤੋਂ ਬਾਅਦ ਗ੍ਰੈਜੂਏਸ਼ਨ ਮੈਂ ਹਾਸਿਲ ਕੀਤੀ ਹੈ ST ਕਾਲਜ ਅੰਬਾਲਾ ਕੈਂਟ ਤੋਂ, ਤੇ ਉਸ ਤੋਂ ਬਾਅਦ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਕੁਰਸ਼ੇਤਰਾ ਯੂਨੀਵਰਸਿਟੀ ਕੁਰਸ਼ੇਤਰਾ ਤੋਂ। ਤੇ ਮੈਨੂੰ ਮੌਕਾ ਮਿਲਿਆ ਮਹਾਭਾਰਤ ਜਿੱਥੇ ਹੋਈ ਸੀਗੀ ਉਸ ਜਨਮ ਭੂਮੀ ਤੇ ਮੈਂ ਘੁੰਮੀ ਫਿਰੀ ਤੇ ਉੱਥੇ ਬਹੁਤ ਕੁਝ ਮੈਂ ਸਿੱਖਿਆ। ਉਸ ਤੋਂ ਬਾਅਦ ਮੈਂ ਹਾਇਰ ਸਟੱਡੀਜ਼ ਲਈ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਆਈ ਤੇ ਉੱਥੇ ਮੈਂ ਆਪਣੀ ਪੜ੍ਹਾਈ ਦਾ ਕਾਫੀ ਸਮਾਂ ਉੱਥੇ ਲਾਇਆ। ਤੇ ਉਸ ਤੋਂ ਬਾਅਦ ਮੈਨੂੰ ਤੁਸੀਂ ਕਹਿ ਲਓ ਲੱਕੀਲੀ ਮੈਨੂੰ ਜੌਬ ਵੀ ਇੱਥੇ ਮਿਲ ਗਈ ਤੇ ਉਸ ਤੋਂ ਬਾਅਦ ਕਾਫੀ ਸਾਲਾਂ ਤੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਹੀ ਜੌਬ ਕਰ ਰਹੀ ਹਾਂ ਤੇ ਹੁਣ ਮੈਂ ਪ੍ਰੈਜ਼ੈਂਟਲੀ ਮੁਲਤਾਨੀ ਮਲ ਮੋਦੀ ਕਾਲਜ 'ਚ ਜੌਬ ਕਰਦੀ ਪਈ ਹਾਂ ਜੀ। ਸੋ ਤੁਸੀਂ ਦੋਵੇਂ ਹੀ ਬਨਸਪਤੀ ਵਿਗਿਆਨ ਦੇ ਮਾਹਿਰ ਹੋ ਜੀ। ਜਦੋਂ ਗੱਲ ਵਿਗਿਆਨ ਦੀ ਆਉਂਦੀ ਹੈ ਨਾ ਤਾਂ ਸਭ ਦੇ ਧਿਆਨ ਦੇ ਵਿੱਚ ਇਹ ਆਉਂਦਾ ਹੈ ਕਿ ਜਿਹੜਾ ਵਿਗਿਆਨ ਹੈ ਨਾ, ਵਿਗਿਆਨ ਵਿਸ਼ਾ ਜਿਹੜਾ ਉਹ ਬੜਾ ਔਖਾ ਹੁੰਦਾ। ਰਾਜਦੀਪ ਜੀ, ਤੁਹਾਡੇ ਨਾਲ ਗੱਲ ਕਰਦੇ ਕਿ ਜਦੋਂ ਜਿਵੇਂ ਹੁਣ ਛੋਟਾ ਬੱਚਾ ਹੈ ਉਹ 10ਵੀਂ ਤੱਕ ਪਹੁੰਚਦੇ ਉਹਨੂੰ ਹੋਰ ਵਿਸ਼ੇ ਤਾਂ ਸੌਖੇ ਲੱਗਦੇ ਨੇ। ਇੱਕ ਵਿਗਿਆਨ ਹੋ ਗਿਆ, ਇੱਕ ਹਿਸਾਬ ਦਾ ਵਿਸ਼ਾ ਹੋ ਗਿਆ, ਜਾਂ ਜਿਹੜੀ ਆਪਾਂ ਅੰਗਰੇਜ਼ੀ ਕਹਿ ਲੈਂਦੇ ਆ ਹਨਾ, ਇਹ ਸਾਰੇ ਔਖੇ ਵਿਸ਼ਿਆਂ ਦੇ ਵਿੱਚ ਚੁਣੇ ਜਾਂਦੇ ਨੇ। ਤੇ ਤੁਸੀਂ ਇਹ ਲਾਈਨ ਨੂੰ ਕਿਵੇਂ ਚੁਣਿਆ, ਕਿਵੇਂ ਇਸ ਪਾਸੇ ਆਏ ਤੁਸੀਂ? ਮੈਡਮ ਇਹ ਪਿਆਰੇ ਤੇ ਬੜੇ ਇੰਟਰਸਟਿੰਗ ਜਿਹੜੇ ਸਬਜੈਕਟ ਨੇ ਜੀ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਪੜ੍ਹਦੇ ਸੀ, ਮੈਂ ਪਹਿਲਾਂ ਵੀ ਦੱਸਿਆ ਕਿ DAV ਕਾਲਜ ਜਲੰਧਰ, ਲੈਲਪੁਰ ਖਾਲਸਾ ਕਾਲਜ ਜਲੰਧਰ, ਸਰਦਾਰ ਵਰਿਆਮ ਸਿੰਘ ਸੰਧੂ ਹੋਰੀ, ਮੈਡਮ ਸਰਤਾ ਤਵਾੜੀ ਤੋਂ ਅਸੀਂ ਪੰਜਾਬੀ ਤੇ ਅੰਗਰੇਜ਼ੀ ਮੈਂ ਪੜ੍ਹਿਆ। ਅੱਛਾ ਜੀ। ਹੁਣ ਉਹਨਾਂ ਦੇ ਨਾਮ ਲੈਂਦੇ ਹੀ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਗੱਲਾਂ ਆ ਜਾਂਦੀਆਂ। ਮੈਡਮ ਸਰਤਾ ਤਵਾੜੀ ਸਾਨੂੰ ਪੜ੍ਹਾਉਂਦੇ ਰਹੇ, ਵਰਿਆਮ ਸਿੰਘ ਸੰਧੂ ਜੀ ਸਾਨੂੰ ਪੜ੍ਹਾਉਂਦੇ ਰਹੇ 11ਵੀਂ 'ਚ। ਮੈਨੂੰ ਲਿਟਰੇਚਰ ਨਾਲ ਜੋੜਿਆ ਸੰਧੂ ਸਾਹਿਬ ਨੇ, ਵਰਿਆਮ ਸਿੰਘ ਸੰਧੂ ਜੀ ਨੇ। BSc 1 'ਚ DAV ਜਲੰਧਰ ਮੇਰੇ ਅਧਿਆਪਕ ਡਾਕਟਰ ਬਲਜਿੰਦਰ ਨਸਰਾਲੀ ਜੀ,
ਮੈਂ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀ ਮੈਂ ਨਾਵਲ ਪੜ੍ਹਾਂਗਾ। ਮੈਂ ਪੰਜਾਬੀ ਨੂੰ ਐ ਲੈਂਦਾ ਸੀਗਾ ਵੀ ਪੰਜਾਬੀ ਆ, ਕਿਉਂਕਿ ਸਾਰੇ ਪੰਜਾਬ ਦੇ ਬੱਚੇ ਪੜ੍ਹ ਲੈਂਦੇ ਆ। ਪਰ ਉਹਨਾਂ ਅਧਿਆਪਕਾਂ ਨੇ ਮੈਨੂੰ ਨਾਵਲ ਮੈਂ ਇਸ਼ੂ ਕਰਾਏ ਲਾਇਬ੍ਰੇਰੀ 'ਚੋਂ ਜਾ ਕੇ, ਮੈਨੂੰ ਅੱਜ ਵੀ ਯਾਦ ਹੈ ਹਾਰੇ ਦੀ ਅੱਗ। ਫਿਰ ਨਸਰਾਲੀ ਸਾਹਿਬ ਨਾਲ, ਸਾਡੇ ਅਧਿਆਪਕ ਸਾਹਿਬ ਨਾਲ ਗੱਲ ਕਰਨੀ, ਸਰ ਮੈਂ ਪੜ੍ਹਿਆ। ਇਸੇ ਤਰ੍ਹਾਂ ਸਾਇੰਸ 'ਚ ਜਦੋਂ ਅਸੀਂ ਜਾਂਦੇ ਸੀ, ਸਾਨੂੰ ਅਧਿਆਪਕ ਜਿਹੜੇ ਸੀ ਉਹ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਕਿਹਾ ਵੀ ਜਿਹੜੀ ਸਾਇੰਸ ਆ ਇਹ ਆਬਜ਼ਰਵੇਸ਼ਨ ਤੇ ਖੜੀ ਹੈ। ਜੇ ਤੁਸੀਂ ਕਰੋਗੇ ਹੱਥ ਨਾਲ, ਮੇਰੀ ਮਾਨਤਾ ਇਹ ਹੈ ਕਿ ਜਿਹੜੀ ਸਾਇੰਸ ਵਿਸ਼ੇ ਹੈ ਉਹ ਜੇ ਪ੍ਰੈਕਟੀਕਲ ਨੂੰ ਸਟਰੋਂਗ ਕਰਾਂਗੇ, ਜੇ ਬੱਚਾ ਪ੍ਰੈਕਟੀਕਲ ਹੁੰਦਾ ਦੇਖੇਗਾ ਨਾ, ਉਹ ਉਹਨੂੰ ਫਿਰ ਲੈਂਗੁਏਜ 'ਚ ਤਬਦੀਲ ਕਰ ਦੇਗਾ ਕਿ ਮੈਂ ਏ ਨੂੰ ਬੀ ਨਾਲ ਜੋੜਿਆ ਤੇ ਇਦਾਂ ਦੀ ਕਰਕੇ ਆਹ ਰੰਗ ਪਰਿਵਰਤਨ ਹੋਇਆ ਤੇ ਆਹ ਰਿਐਕਸ਼ਨ ਹੋਈ। ਸੋ ਸਾਇੰਸ ਇੰਟਰਸਟਿੰਗ ਬਣਦਾ ਹੈ, ਬਣਾਉਣ ਵਾਲੇ ਤੇ ਨਿਰਭਰ ਕਰਦਾ ਹੈ ਤੇ ਇੰਟਰਸਟ ਲੈਣ ਵਾਲੇ ਤੇ ਨਿਰਭਰ ਕਰਦਾ ਹੈ। ਜਿਹੜੇ ਦੂਜੇ ਵਿਸ਼ੇ ਨੇ ਨੋ ਡਾਊਟ ਉਹ ਵੀ ਆਪਣੀ ਮਹੱਤਤਾ ਰੱਖਦੇ ਨੇ, ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਥਿਓਰੈਟੀਕਲ ਕਨਸੈਪਟ ਬਹੁਤ ਸਟਰੋਂਗ ਹੁੰਦਾ ਹੈ। ਸਾਇੰਸ ਨੂੰ ਹਰ ਚੀਜ਼ ਨੂੰ ਪ੍ਰੈਕਟੀਕਲੀ ਪ੍ਰੂਵ ਕਰਨਾ ਹੁੰਦਾ। ਸੋ ਤੁਹਾਨੂੰ ਬੜੀ ਕਿਰਪਾ ਹੈ ਵੀ ਸਾਡੇ ਅਦਾਰਿਆਂ ਦੀ, ਜਿਨ੍ਹਾਂ ਦੇ ਵਿੱਚ ਬਹੁਤ ਅੱਛੇ ਅਧਿਆਪਕ ਮਿਲੇ ਜਿਨ੍ਹਾਂ ਨੇ ਸਾਇੰਸ ਦੇ ਨਾਲ ਨਾਲ ਜੋੜੀ ਰੱਖਿਆ ਤੇ ਟੁੱਟਣਾ ਔਖਾ ਸੀ। ਬੜੀ ਵਾਰੀ ਸੋਚਿਆ ਕਿ ਸਾਇੰਸ ਵਿਸ਼ੇ ਤੋਂ ਸ਼ਿਫਟ ਕਰੀਏ, ਪਰ ਉਹ ਇੰਟਰਸਟ ਇੰਨਾ ਸੀਗਾ। ਜਦੋਂ ਤੁਸੀਂ ਬੇਸਿਕ ਕਲੀਅਰ ਹੋਏ ਹੋਣ ਫਿਰ ਤੁਸੀਂ ਹਾਇਰ ਐਜੂਕੇਸ਼ਨ ਵੀ ਕਰ ਲੈਂਦੇ ਹੋ। ਔਰ ਜਿਹੜਾ ਸਾਡਾ ਬਨਸਪਤੀ ਵਿਗਿਆਨ ਸਬਜੈਕਟ ਹੈ ਇਹ ਤਾਂ ਵੈਸੇ ਹੀ ਬਹੁਤ ਲਾਈਵਲੀ ਹੈ ਔਰ ਇਹ ਪੌਦਿਆਂ ਨਾਲ ਜੁੜਦਾ ਆ। ਬੰਦੇ ਦੀ ਜ਼ਿੰਦਗੀ 'ਚ ਪੌਦਿਆਂ ਦਾ ਬਹੁਤ ਮਹੱਤਵ ਹੈ, ਜੀਵ ਵਿਭਿੰਨਤਾ ਦਾ ਬੜਾ ਮਹੱਤਵ ਹੈ। ਇਸ ਕਰਕੇ ਤੁਹਾਨੂੰ ਬਹੁਤ ਜੀਵਨ ਦੇ ਨਾਲ ਜੋੜਨ ਵਾਲਾ, ਵਾਤਾਵਰਨ ਦੇ ਨਾਲ ਜੋੜਨ ਵਾਲਾ, ਤੁਹਾਨੂੰ ਜੀਵ ਵਿਭਿੰਨਤਾ ਨਾਲ ਜੋੜਨ ਵਾਲਾ ਇਹ ਜਿਹੜਾ ਵਿਸ਼ਾ ਹੈ। ਔਰ ਇਹ ਤੁਹਾਨੂੰ ਆਪਣੀ ਨੌਲੇਜ ਵੀ ਦਿੰਦਾ ਹੈ, ਤੁਹਾਨੂੰ ਰੁਜ਼ਗਾਰ ਵੱਲ ਵੀ ਲਿਜਾਂਦਾ ਹੈ, ਔਰ ਇਹ ਬਹੁਤ ਜ਼ਿਆਦਾ ਸਾਡੀ ਪ੍ਰੈਕਟੀਕਲ ਨਾਲ ਜੁੜਿਆ ਹੋਇਆ ਹੈ। ਜੀ, ਸੋ ਮੈਡਮ ਅਕਸ਼ਿਤਾ ਤੁਸੀਂ ਦੱਸੋ ਵੀ ਜਿਵੇਂ ਹੁਣ ਸਰ ਨੇ ਪੌਦਿਆਂ ਦੀ ਗੱਲ ਕੀਤੀ ਹੈ ਨਾ, ਪੌਦਿਆਂ ਦੇ ਜਿਵੇਂ ਆਪਾਂ ਕਹਿ ਦਿੰਦੇ ਤੁਸੀਂ ਇੱਕ ਤਰ੍ਹਾਂ ਦੇ ਟੀਚਰ ਹੋ ਹੈ ਨਾ, ਪੜ੍ਹਾਉਂਦੇ ਹੋ ਪੌਦਿਆਂ ਬਾਰੇ ਜਾਣਕਾਰੀ। ਇੱਕ ਆਮ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਜਾਂ ਜਿਵੇਂ ਹੁਣ ਤੁਸੀਂ ਲੇਡੀ ਹੋ ਤਾਂ ਇੱਕ ਲੇਡੀ ਦੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਰੱਖਦੇ ਨੇ ਉਹ ਪੌਦੇ? ਹਾਂਜੀ, ਇਹ ਜਿਵੇਂ ਮੇਰਾ ਸਬਜੈਕਟ ਹੈ ਕਿ ਵਨਸਪਤੀ ਵਿਗਿਆਨ ਜਾਂ ਬੋਟਨੀ ਆਪਾਂ ਕਿਹਨੂੰ ਕਹਿੰਦੇ ਆ, ਇਹ ਅਸੀਂ ਜਿੱਥੇ ਰਹਿੰਦੇ ਆ ਸਾਡਾ ਆਲਾ ਦੁਆਲਾ ਬੇਸਿਕਲੀ ਸਾਰਾ ਹੀ ਪੌਦਿਆਂ ਨਾਲ ਭਰਿਆ ਹੋਇਆ ਹੈ ਨਾ। ਆਪਾਂ ਰੂਟੀਨ 'ਚ ਜਿਵੇਂ ਬੀਇੰਗ ਅ ਲੇਡੀ, ਤੁਸੀਂ ਮੈਨੂੰ ਹੁਣੇ ਹੀ ਪੁੱਛਿਆ ਕਿਵੇਂ ਇੰਪੋਰਟੈਂਸ ਰੱਖਦੇ ਨੇ, ਤੇ ਆਪਣੇ ਡੇਲੀ ਯੂਜ਼ 'ਚ ਅਗਰ ਤੁਸੀਂ ਹੁਣ ਜਿਵੇਂ ਵਿੰਟਰਸ ਚੱਲ ਰਹੀਆਂ, ਤੁਸੀਂ ਸੋਚ ਕੇ ਦੇਖੋ ਆਪਾਂ ਚਾਹ 'ਚ ਪਾਉਂਦੇ ਆ ਜੀ, ਤੁਲਸੀ ਪਾ ਲੈਂਦੇ ਆ ਤੇ ਧਨੀਆ, ਪੁਦੀਨਾ, ਮੀਨਸ ਜਿਹੜੇ ਪੌਦੇ ਆ ਇਹ ਇਨਸਾਨ ਨੂੰ ਆਪਣੇ ਮਦਰ ਨੇਚਰ ਨਾਲ ਜੋੜ ਕੇ ਰੱਖਦੇ ਨੇ। ਤੇ ਆਪਾਂ ਕਹਿੰਦੇ ਕਿ ਆਪਣੀ ਅੱਖਾਂ ਨੂੰ ਵੀ ਇਹ ਸੋਹਣੇ ਲੱਗਦੇ ਨੇ। ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਸਾਡੇ ਟੀਚਰਸ ਨੇ ਸਾਡਾ ਇੰਟਰਸਟ ਕ੍ਰੀਏਟ ਕਰਤਾ। ਜਿਵੇਂ ਸਾਨੂੰ ਪੜ੍ਹਾਉਣਾ ਤਾਂ ਉਹਨਾਂ ਨੇ ਨੇਚਰ 'ਚ ਲਿਜਾ ਕੇ ਸਾਨੂੰ ਪੌਦਿਆਂ ਬਾਰੇ ਪੜ੍ਹਾਉਣਾ, ਤੇ ਕਿ ਬਈ ਇਸ ਪੌਦੇ ਨੂੰ ਆਪਾਂ ਇਹ ਨਾਮ ਦਿੰਦੇ ਆ, ਇਹਨੂੰ ਰੋਜ਼ ਕਹਿੰਦੇ ਆ ਤਾਂ ਇਹਦੀ ਕੀ ਇੰਪੋਰਟੈਂਸ ਹੈ, ਤੋਂ ਗੁਲਾਬ ਜਲ ਬਣਦਾ ਹੈ। ਆਪਾਂ ਕਹਿੰਦੇ ਆ ਕਿ ਬਹੁਤ ਸਾਰੇ ਮੈਡੀਸਨ 'ਚ ਯੂਜ਼ ਹੁੰਦਾ ਹੈ। ਤੇ ਹੌਲੀ ਹੌਲੀ ਇੰਟਰਸਟ ਵੱਧਦਾ ਗਿਆ, ਤੇ ਇੰਟਰਸਟ ਨਾਲ ਇਹ ਜੋ ਸਬਜੈਕਟ ਹੈ ਨਾ ਲੋਕਾਂ ਨੂੰ ਵੀ ਆਪਸ 'ਚ ਜੋੜ ਕੇ ਰੱਖਦਾ ਹੈ। ਕਿਉਂਕਿ ਜਿਵੇਂ ਆਪਾਂ ਦੇਖ ਰਹੇ ਟਾਈਮ ਦੇ ਨਾਲ ਨਾਲ ਜਿਵੇਂ ਪੋਲਿਊਸ਼ਨ ਇਨਕਰੀਜ਼ ਹੋ ਰਿਹਾ ਹੈ, ਬਹੁਤ ਜ਼ਿਆਦਾ ਆਪਣੇ ਇਨਵਾਇਰਨਮੈਂਟ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਤੇ ਇਹ ਇੱਕ ਇੱਦਾਂ ਦਾ ਸਬਜੈਕਟ ਹੈ ਜਿੰਨਾ ਆਪਾਂ ਇਹਨੂੰ ਹੋਰ ਪੜ੍ਹਦੇ ਰਹਿੰਦੇ ਹਾਂ, ਉਹਨੂੰ ਆਪਾਂ ਲਗਾਵ ਹੋ ਜਾਂਦਾ ਪੌਦਿਆਂ ਨਾਲ। ਇਹ ਹਰ ਬੰਦਾ ਇੱਕ ਇੱਕ ਪੌਦਾ ਲਾ ਕੇ ਉਹਦੀ ਦੇਖਭਾਲ ਕਰਨ ਲੱਗ ਜਾਏ ਤਾਂ ਹੌਲੀ ਹੌਲੀ ਮਤਲਬ ਆਪਣੇ ਇਨਵਾਇਰਨਮੈਂਟ 'ਚ ਪ੍ਰਦੂਸ਼ਣ ਘਟਦਾ ਜਾਊਗਾ। ਤੇ ਇਸ ਕਰਕੇ ਆਪਾਂ ਇਸ ਸਬਜੈਕਟ ਨੂੰ ਬੱਚਿਆਂ ਨੂੰ ਵੀ ਕਹਿੰਦੇ ਆ, ਇਹ ਡਿਪੈਂਡ ਕਰਦਾ ਸਾਰਾ ਆਪਣੇ ਟੀਚਰਾਂ ਤੇ ਜਿਹੜੇ ਪੜ੍ਹਾ ਰਹੇ ਨੇ, ਉਹ ਸਾਡਾ ਇੰਟਰਸਟ ਕ੍ਰੀਏਟ ਕਰਦੇ ਨੇ। ਤੇ ਜਿੰਨਾ ਅਸੀਂ ਉਹਦੇ ਬਾਰੇ ਜਾਣਦੇ ਆ, ਆਪਾਂ ਨੂੰ ਪਿਆਰ ਹੋਣ ਲੱਗ ਜਾਂਦਾ ਸਬਜੈਕਟ ਨਾਲ, ਫਿਰ ਉਸੇ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾਉਂਦੇ ਆ। ਤੇ ਹੌਲੀ ਹੌਲੀ ਇਹ ਚੇਂਜ ਚੱਲਦੀ ਰਹੂਗੀ, ਤੇ ਆਪਾਂ ਰਲ ਮਿਲ ਕੇ ਆਪਣੇ ਇਨਵਾਇਰਨਮੈਂਟ ਦਾ ਵੀ ਧਿਆਨ ਰੱਖਾਂਗੇ ਤੇ ਆਪਣੇ ਸਬਜੈਕਟ ਨੂੰ ਵੀ ਹੋਰ ਜ਼ਿਆਦਾ ਇੰਪਰੂਵ ਕਰਾਂਗੇ। ਸੋ ਆਮ ਘਰ ਦੇ ਵਿੱਚ ਰਹਿੰਦੇ ਹੋਏ ਜਾਂ ਘਰ ਦੇ ਵਿੱਚ ਕਿਸੇ ਨੇ ਵੀ ਕਿ ਪੌਦੇ ਜੇ ਲਗਾਉਣੇ ਹੋਣ ਤਾਂ ਕਿਸ ਤਰ੍ਹਾਂ ਦੇ ਪੌਦੇ ਉਹ ਲਗਾ ਸਕਦੇ ਆ? ਜਿੱਦਾਂ ਅੱਜ ਕੱਲ੍ਹ ਦੇ ਮੌਸਮ ਵਿੱਚ ਪੌਦੇ ਅੰਮ੍ਰਿਤ ਜੀ, ਇਹ ਡਿਪੈਂਡ ਕਰਦਾ ਹੈਗਾ ਕਿ ਆਪਾਂ ਇਨਡੋਰ ਪਲਾਂਟ ਲਾਉਣੇ ਆ, ਆਊਟਡੋਰ ਲਾਉਣੇ ਆ, ਔਰਨਾਮੈਂਟਲ ਲਾਉਣੇ ਆ, ਦਿਖਾਵੇ ਵਾਲੇ ਜਿਹੜੇ ਸੋਹਣੇ ਲੱਗਦੇ ਆ। ਇਨਡੋਰ ਦੀਆਂ ਆਪਣੀਆਂ ਸਿਫਤਾਂ ਨੇ ਕਿ ਉਹ ਅੰਦਰ ਰਹਿ ਸਕਦੇ ਨੇ। ਇਸੇ ਤਰ੍ਹਾਂ ਕੁਝ ਮੈਡੀਸਨਲ ਪਲਾਂਟਸ ਨੇ, ਕੁਝ ਪਲਾਂਟਸ ਜਿਹੜੇ ਨੇ ਉਹ ਥੋੜ੍ਹੀ ਦੇਰ ਲਈ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਐਨੂਅਲਸ ਕਹਿ ਦਿੰਦੇ ਆ, ਫਲਾਵਰਿੰਗ ਪਲਾਂਟਸ। ਇਹ ਡਿਪੈਂਡ ਕਰਦਾ ਬਹੁਤ ਸਾਰੇ ਬੰਦਿਆਂ ਤੇ ਕਿ ਉਹ ਆਪਣੇ ਘਰ ਨੂੰ ਕਿਸ ਤਰ੍ਹਾਂ ਸਜਾਉਣਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਅੰਦਰ ਗਮਲੇ ਰੱਖ ਕੇ ਖੁਸ਼ ਨੇ, ਬਹੁਤ ਸਾਰੇ ਬੰਦੇ ਬਾਹਰ ਜਿਹੜਾ ਹੈਗਾ ਗਾਰਡਨ ਨੂੰ ਸੋਹਣਾ ਬਣਾਉਂਦੇ ਨੇ। ਸੋ ਫਲਾਵਰਿੰਗ ਪਲਾਂਟ ਜਿਹੜੇ ਫੁੱਲਾਂ ਵਾਲੇ ਪੌਦੇ ਉਹ ਤਾਂ ਹਮੇਸ਼ਾ ਤੋਂ ਹੀ ਸੋਹਣੇ ਲੱਗਦੇ, ਕਿਉਂਕਿ ਤੁਹਾਡੇ ਘਰ ਨੂੰ ਇਹ ਜਿਹੜੇ ਇੱਟਾਂ ਦੇ ਬਣੇ ਹੋਏ ਜਿਹੜੇ ਸਾਡੀਆਂ ਬਿਲਡਿੰਗਾਂ ਉਹਨਾਂ ਨੂੰ ਸੋਹਣਾ ਬਣਾਉਂਦੇ ਨੇ। ਔਰ ਜਿੰਨੀ ਸੋਹਣੀ, ਮੈਂ ਤਾਂ ਇਹ ਵੀ ਦੇਖਦਾ ਕਈ ਵਾਰੀ
ਕਿ ਵੈਸੇ ਤਾਂ ਮੇਰੇ ਵਾਈਫ ਇਹਨਾਂ ਦਾ ਸਿਲੇਬਸ ਦੀ ਗੱਲ ਹੈ, ਪਰ ਮੈਂ ਦੇਖਿਆ ਵੀ ਜਿਹੜੇ ਵੱਡੇ ਵੱਡੇ ਡਿਜ਼ਾਈਨਰ ਨੇ, ਜੇ ਤੁਸੀਂ ਦੇਖੋ ਕਲਰ ਕੰਬੀਨੇਸ਼ਨ ਕਿਵੇਂ ਬਣਾਉਂਦੇ ਆ, ਜਿਹੜੇ ਲੇਡੀਜ਼ ਦੇ ਸਪੈਸ਼ਲੀ ਕਲੋਥਸ ਹਨ, ਤੇ ਉਹ ਤੁਸੀਂ ਦੇਖਿਓ ਵੀ ਕੁਦਰਤ ਦੇ ਵਿੱਚੋਂ ਵੀ ਉਹ ਚੱਕ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਫੁੱਲ ਕਿੱਦਾਂ ਦੇ ਰੰਗ ਨਾਲ ਜੁੜਦੇ ਨੇ। ਤੇ ਜੇ ਕੁਦਰਤ 'ਚ ਉਹ ਅਲਾਉਡ ਹੈ, ਕੁਦਰਤ ਉਹਨੂੰ ਲਿਆ ਰਹੀ ਹੈ, ਤਾਂ ਉਹ ਨੇਚਰ ਨੂੰ ਚੰਗਾ ਲੱਗੇਗਾ ਹੀ ਲੱਗੇਗਾ। ਸੋ ਬਹੁਤ ਸਾਰੇ ਮੈਂ ਦੇਖਦਾ ਵੀ ਕਈ ਮੈਂ ਇੰਟਰਵਿਊ ਸੁਣੀਆਂ, ਉਹ ਕਲਰ ਕੰਬੀਨੇਸ਼ਨ ਲੈਂਦੇ ਨੇ ਫੈਸ਼ਨ ਡਿਜ਼ਾਈਨਰ ਕਿ ਨੇਚਰ ਤੋਂ, ਔਰ ਕਿਉਂਕਿ ਜੋ ਉਹਦੀ ਕੁਦਰਤ ਨੇ ਸਿਰਜੀ ਹੈ ਉਹ ਆਪਣੇ ਆਪ ਜੀ ਅਲੌਕਿਕ ਆ ਜੀ। ਸੋ ਆਪਾਂ ਦੇਖਦੇ ਹਾਂ ਕਿ ਲੇਡੀਜ਼ ਘਰ ਦੇ ਵਿੱਚ ਰਹਿੰਦੀਆਂ ਹੋਈਆਂ ਹਨਾ, ਜਿਨ੍ਹਾਂ ਕੋਲ ਕਈ ਵਾਰ ਆਪਾਂ ਦੇਖਦੇ ਹਾਂ ਉਹ ਲੇਡੀ ਸੋਚਦੀਆਂ ਨੇ ਕਿ ਸਾਡੇ ਕੋਲ ਨਾ ਜਗ੍ਹਾ ਨਹੀਂ ਹੈ ਹਨਾ, ਆਮ ਘਰਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ 'ਚ ਇਹ ਦਿੱਕਤ ਆਉਂਦੀ ਹੈ, ਪਰ ਫਿਰ ਵੀ ਘੱਟ ਜਗ੍ਹਾ ਦੇ ਵਿੱਚ ਵੀ ਕਈ ਲੇਡੀਜ਼ ਨੇ ਬੜਾ ਸੋਹਣਾ ਆਪਣਾ ਘਰ ਸਜਾਇਆ ਹੁੰਦਾ ਹਨਾ, ਵੇਸਟ ਮਟੀਰੀਅਲ ਦੇ ਵਿੱਚੋਂ ਚੀਜ਼ਾਂ ਹਨਾ, ਉਹਨਾਂ ਵਿੱਚ ਪੌਦੇ ਲਗਾਏ ਹੁੰਦੇ ਨੇ, ਔਰ ਉਹਨਾਂ ਦਾ ਰੱਖਣ ਦਾ ਸਟਾਈਲ ਬੜਾ ਵਧੀਆ ਹੁੰਦਾ ਹਨਾ। ਜੇ ਆਪਾਂ ਹੁਣ ਤੁਹਾਡੇ ਕਾਲਜ ਦੇ ਬੱਚਿਆਂ ਦੀ ਸਟੱਡੀ ਵੱਲ ਆਈਏ, ਕਿ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਸਟੱਡੀ ਦਿੰਦੇ ਹੋ ਹਨਾ, ਕਿੱਦਾਂ ਦੀ ਤੁਸੀਂ ਉਹਨਾਂ ਨੂੰ ਸਿੱਖਿਆ ਦਿੰਦੇ ਹੋ? ਜਿਵੇਂ ਹੁਣ ਥੋੜ੍ਹੀ ਦੇਰ ਪਹਿਲਾਂ ਕਰੋਨਾ ਕਾਲ ਜਿਹੜਾ ਖਤਮ ਹੋਇਆ ਹੈ ਨਾ, ਉਸ ਤੋਂ ਪਹਿਲਾਂ ਆਨਲਾਈਨ ਕੀਤੀ ਸੀ ਬੱਚਿਆਂ ਨੇ ਸਟੱਡੀ, ਤਾਂ ਕਿਵੇਂ ਦੀ ਤੁਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਬੱਚਿਆਂ ਨੂੰ, ਕਿ ਘਰ ਬੈਠ ਕੇ ਕੁਝ ਇੰਟਰਸਟਿੰਗ ਵੇ ਨਾਲ ਕੁਝ ਕੰਮ ਕਰਵਾਇਆ ਸੀ ਉਹਨਾਂ ਨੂੰ? ਹਾਂਜੀ, ਆਨਲਾਈਨ ਐਜੂਕੇਸ਼ਨ ਦੇ ਵਿੱਚ ਅਸੀਂ ਕਈ ਚੀਜ਼ਾਂ ਅਸੀਂ ਵੀ ਨਵੀਂ ਸਿੱਖੀਆਂ ਤੇ ਬੱਚਿਆਂ ਨੂੰ ਵੀ ਸਿਖਾਈਆਂ ਜੀ। ਬਿਕੋਜ਼ ਆਨਲਾਈਨ ਐਜੂਕੇਸ਼ਨ ਦੇ ਵਿੱਚ ਕੀ ਸੀਗਾ ਕਿ ਹਰ ਟਾਈਮ ਨਾਰਮਲੀ ਬੱਚੇ ਪਹਿਲਾਂ ਹੀ ਫੋਨ ਕਾਫੀ ਟਾਈਮ ਤੋਂ ਆਪਾਂ ਵਰਤ ਰਹੇ ਹਾਂ ਸਾਰੇ ਜਣੇ, ਬਟ ਨਵੀਂ ਤਕਨੀਕੀ ਨਾਲ, ਜਿਵੇਂ ਕਲਾਸਰੂਮ, ਜਿਵੇਂ ਆਪਾਂ ਕਹਿੰਦੇ ਕਿ ਕਲਾਸ 'ਚ ਇੰਨੇ ਬੱਚੇ ਹੈ ਤੇ ਹੁਣ ਇੱਕ ਐਪ ਆ ਗਈ ਹੈ ਜਿਹਦੇ ਕਰਕੇ ਆਪਾਂ ਫੋਨ ਦੇ ਰਾਹੀਂ ਇੰਟਰਨੈਟ ਦੀ ਹੈਲਪ ਤੋਂ ਇੱਕ ਕਲਾਸਰੂਮ ਕ੍ਰੀਏਟ ਕਰ ਸਕਦੇ ਹਾਂ। ਉਹਦੇ 'ਚ ਆਪਾਂ ਬੱਚਿਆਂ ਨੂੰ ਹੋਮਵਰਕ ਜਿਵੇਂ ਨਾਰਮਲੀ ਆਪਾਂ ਦਿੰਦੇ ਉਹ 'ਚ ਪਾ ਸਕਦੇ ਹਾਂ, ਬੱਚੇ ਆਪਣਾ ਰਿਪਲਾਈ ਬੈਕ ਕਰ ਸਕਦੇ ਉਹਦੇ 'ਚ। ਤੇ ਉਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ, ਜਿਵੇਂ ਮੰਨ ਲਓ ਮੈਂ ਇੱਕ ਬੂਟੇ ਬਾਰੇ ਪੜ੍ਹਾਉਣਾ ਹੈ ਤੇ ਲਾਈਵ 'ਚ ਜਿਵੇਂ ਮੈਂ ਆਨਲਾਈਨ ਕਲਾਸ ਲੈ ਰਹੀ ਹਾਂ ਤਾਂ ਮੈਂ ਬੱਚਿਆਂ ਨੂੰ ਬੂਟਾ ਨਾਲ ਦਿਖਾ ਕੇ ਪੜ੍ਹਾ ਸਕਦੀ ਹਾਂ, ਤਾਂ ਕਿ ਬੱਚਿਆਂ ਦਾ ਇੰਟਰਸਟ ਬਣਾ ਰਹੇ। ਅਦਰਵਾਈਜ਼ ਜੋ ਆਨਲਾਈਨ ਐਜੂਕੇਸ਼ਨ ਹੈ, ਕਈ ਵਾਰੀ ਬੱਚੇ ਲੇਜ਼ੀ ਵੀ ਹੋ ਜਾਂਦੇ ਸੀ, ਬਿਕੋਜ਼ ਆਪਾਂ ਕਹਿੰਦੇ ਕਿ ਸਾਰਾ ਟਾਈਮ ਘਰੇ ਬਹਿ ਕੇ ਬੱਚੇ ਵੀ ਬੋਰ ਹੋ ਗਏ ਸੀਗੇ ਕਿ ਹੁਣ ਆਪਾਂ ਕਾਲਜ ਜਾਣਾ ਹੈ, ਉੱਥੇ ਜਾ ਕੇ ਪੜ੍ਹਨਾ ਹੈ, ਤਾਂ ਉਹਨਾਂ ਦਾ ਇੰਟਰਸਟ ਕ੍ਰੀਏਟ ਕਰਨ ਲਈ ਅਸੀਂ ਉਹਨਾਂ ਨੂੰ ਵੀਡੀਓਜ਼ ਵੀ ਦਿਖਾਉਂਦੇ ਸੀ ਤੇ ਉਹਨਾਂ ਨੂੰ ਬਹੁਤ ਸਾਰੀ ਏਦਾਂ ਐਪਸ ਹੈ, ਇੱਕ ਮੈਂਟਰ ਮੈਂਟੀ ਟਾਈਪ ਕੀ ਇੱਕ ਐਪ ਹੈ, ਉਸ ਐਪ 'ਚ ਤੁਸੀਂ ਬੱਚਿਆਂ ਲਈ ਕੁਐਸਚਨਏਅਰ ਬਣਾ ਸਕਦੇ ਹੋ। तो एक ਲੈਕਚਰ ਤਿਆਰ ਕਰਕੇ ਉਹਨਾਂ ਨੇ ਡਿਲੀਵਰ ਕਰਕੇ ਅਸੀਂ ਬੱਚਿਆਂ ਨੂੰ ਕੁਐਸਚਨਰ ਦੇਤਾ 5 ਕੁਐਸਚਨਸ ਹੈ, ਜੋ ਜਿੰਨੀ ਕੁਇਕਲੀ ਆਨਸਰ ਕਰੇਗਾ ਉਹਦਾ ਨੰਬਰ ਉਨੇ ਰੈਂਕ ਵੱਧ ਜਾਊਗਾ। ਉਹਦੇ ਨਾਲ ਬੱਚਿਆਂ 'ਚ ਇੱਕ ਐਂਥੂਸੀਆਜ਼ਮ ਹੁੰਦਾ ਸੀ ਕਿ ਵੀ ਸਭ ਤੋਂ ਪਹਿਲਾਂ ਮੈਂ ਆਨਸਰ ਦੇਣਾ ਹੈ। ਹਾਂਜੀ ਹਾਂ, ਦੇ ਫੀਲ ਮੋਰ ਐਕਟਿਵ, ਬੱਚੇ ਜ਼ਿਆਦਾ ਐਕਟਿਵ ਹੋ ਕੇ ਬੈਠਦੇ ਸੀ ਕਿ ਵੀ ਹੁਣ ਮੈਮ ਨੇ ਇਹ ਕੁਐਸਚਨ ਪਾਉਣਾ ਤੇ ਸਭ ਤੋਂ ਪਹਿਲਾਂ ਮੈਂ ਆਨਸਰ ਦੇਣਾ ਹੈ। ਤਾਂ ਇੱਦਾਂ ਦੀ ਐਕਟੀਵਿਟੀਆਂ ਕਰਾ ਕੇ ਬੱਚਿਆਂ ਦਾ ਇੰਟਰਸਟ ਕ੍ਰੀਏਟ ਕੀਤਾ ਗਿਆ। ਇੱਕ ਵਾਰ ਮੈਂ ਉਹਨਾਂ ਨੂੰ ਐਕਟੀਵਿਟੀ ਕਰਾਈ ਕਿ ਬੇਟਾ ਤੁਸੀਂ ਹੁਣ ਸਾਰੇ ਬੈਠੇ ਹੋ, ਹੁਣ ਆਪਾਂ ਪੜ੍ਹਾਈ ਤੋਂ ਥੋੜਾ ਅੱਡ ਕਰਦੇ ਆ, ਤੁਹਾਡੇ ਰੂਮ 'ਚ ਜਿੱਥੇ ਤੁਸੀਂ ਪੜ੍ਹ ਰਹੇ ਹੋ ਉੱਥੇ ਸਭ ਤੋਂ ਪਹਿਲੀ ਚੀਜ਼ ਜੋ ਤੁਹਾਨੂੰ ਕੀ ਦਿਖਦੀ ਹੈ ਉਹ ਚੱਕ ਕੇ ਲਿਆਓ ਤੇ ਮੈਨੂੰ ऑनलाइन क्लास च दिखाओ। ते बच्चे अड्ड चीज़ां चक के लिया है कि आई फील कि भी ये ज़्यादा फैसीनेटिंग है। कोई बच्चा एक बुक चक लिया है कि मैम मैं रीडिंग कर रहा सी, तो बच्चा दा इंटरस्ट क्रिएट करने लिए असीं इदां छोटी छोटी अड्ड एक्टिविटियां कराइयां ड्यूरिंग ऑनलाइन टीचिंग। जदों ऑनलाइन तो ऑफलाइन मोड आया तो थोड़ा टाइम फिर बच्चों ਨੂੰ ਦੁਬਾਰਾ ਐਡਜਸਟ ਕਰਨ ਚ ਲੱਗਿਆ ਕਿਉਂਕਿ ਬੱਚੇ ਘਰੇ ਕੰਫਰਟ ਮੋਡ ਚ ਹੋ ਗਏ ਸੀਗੇ। ਹਾਂਜੀ, ਦੁਬਾਰਾ ਉਹਨਾਂ ਨੂੰ ਐਕਟਿਵ ਕਰਨਾ ਬਹੁਤ ਔਖਾ ਸੀਗਾ, ਹੈ ਨਾ, ਬੜਾ ਚੈਲੰਜਿੰਗ ਜੌਬ ਰਹੀ ਹੈ ਤੁਹਾਡੀ। ਕਾਫੀ ਚੈਲੰਜਿੰਗ ਰਹੀ ਹੈ। ਬੱਚਿਆਂ ਨੂੰ ਦੁਬਾਰਾ ਆਫਲਾਈਨ ਮੋਡ ਚ ਐਗਜ਼ਾਮ ਦੇਣੇ ਦੇ ਫੀਲ ਵੈਰੀ ਡਿਫਿਕਲਟ ਕਿ ਵੀ ਹੁਣ ਦੁਬਾਰਾ ਆਪਾਂ ਨੂੰ 3 ਘੰਟੇ ਲਿਖਣਾ ਪਊਗਾ। ਆਨਲਾਈਨ ਚ ਬੱਚੇ ਆਰਾਮ ਨਾਲ ਬੈਠ ਕੇ ਘਰੇ ਬੈਠ ਕੇ ਲਿਖਦੇ ਸੀਗੇ। ਤੇ ਮੈਡਮ ਅਸੀਂ ਅਪਲੋਡ ਕਰ ਰਹੇ ਹਾਂ, ਅਭੀ ਥੋੜਾ ਦੇਰ ਲੱਗੂਗੀ। ਨਾਲੇ ਅੰਮ੍ਰਿਤ ਜੀ ਜਿੱਦਾਂ ਮੈਡਮ ਦੱਸ ਰਹੇ ਨੇ, ਇਹ ਸਾਰੇ ਐਪੀਸੋਡ ਦੇ ਵਿੱਚ ਜਦੋਂ ਕਰੋਨਾ ਮਹਾਮਾਰੀ ਹੋਈ, ਇਹਦੇ 'ਚ ਸਭ ਤੋਂ ਪ੍ਰੋਬਲਮੈਟਿਕ ਗੱਲ ਜਿਹੜੀ ਸੀ ਕਿ ਕਿਸੇ ਨੂੰ ਨਹੀਂ ਪਤਾ ਸੀ ਕੀ ਹੋਣ ਜਾ ਰਿਹਾ ਹੈ, ਕਿਸੇ ਨੂੰ ਨਹੀਂ ਇਹ ਪਤਾ ਸੀ ਕਿ ਕਿੰਨੀ ਦੇਰ ਤੱਕ ਚੱਲੇਗਾ। ਔਰ ਇਹ ਨਾ ਕਿਸੇ ਅਧਿਆਪਕ ਦੀ ਜੇ ਮੰਨਿਆ ਜਾਵੇ, ਕਿਸੇ ਨੂੰ ਸਕੂਲਾਂ ਤੋਂ ਲਾ ਕੇ ਕਾਲਜਾਂ ਤੱਕ ਕਿਸੇ ਦੀ ਟ੍ਰੇਨਿੰਗ ਸੀ, ਨਾ ਵਿਦਿਆਰਥੀਆਂ ਦੀ ਟ੍ਰੇਨਿੰਗ ਸੀ ਕਿ ਉਹ ਕਿਵੇਂ ਕਲਾਸਾਂ ਲਾਉਣਗੇ। ਕਿਸੇ ਨੂੰ ਪਤਾ ਹੀ ਨਹੀਂ ਸੀ ਕੀ ਹੋਣ ਜਾ ਰਿਹਾ। ਸੋ ਹਰੇਕ ਅਧਿਆਪਕ ਨੇ ਆਪਣੇ ਲੈਵਲ 'ਤੇ ਤਜਰਬੇ ਕਰੇ। ਅਸੀਂ ਫੋਨ ਲੈ ਕੇ ਬੋਟੈਨੀਕਲ ਗਾਰਡਨਾਂ 'ਚ ਜਾ ਕੇ ਜੇ ਫੁੱਲ ਬਾਰੇ ਪੜ੍ਹਾਉਣਾ ਆ, ਕਿਉਂਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਕਿ ਬੱਚਿਆਂ ਨੂੰ ਆਉਣਾ ਰੋਕਿਆ ਹੋਇਆ ਸੀ, ਪਰ ਅਧਿਆਪਕ ਕਾਲਜਾਂ 'ਚ ਜਾ ਕੇ ਪੜ੍ਹਾ ਰਹੇ ਸੀ। ਸੋ ਗੱਲ ਉੱਥੇ ਹੀ ਖੜੀ ਸੀ। ਮੀਡੀਅਮ ਫਿਰ ਵੀ ਆਨਲਾਈਨ ਹੀ ਸੀ, ਇੱਦਾਂ ਤਾਂ ਨਹੀਂ ਸੀ ਕਿ ਅਧਿਆਪਕ ਉੱਥੇ। ਅੱਛਾ, ਫਿਰ ਅਸੀਂ ਕੈਮਰੇ ਲਾ ਕੇ ਬੋਰਡ 'ਤੇ ਪੜ੍ਹਾ ਕੇ ਲਾਈਵ ਵੀ ਪੜ੍ਹਾਇਆ। ਫਿਰ ਉਹ ਬੋਰਡ 'ਤੇ ਪੜ੍ਹਾਏ ਹੋਏ ਨੂੰ ਅਸੀਂ ਰਿਕਾਰਡਿੰਗਾਂ ਕਰਕੇ ਵੀ ਭੇਜਿਆ। ਫਿਰ ਜਦੋਂ ਹੁਣ ਗੱਲ ਫਿਰ ਉਹੀ ਆ ਗਈ ਬਨਸਪਤੀ ਵਿਗਿਆਨ ਦੀ, ਹੁਣ ਆਪਾਂ
ਪਲਾਂਟ ਦੱਸਣਾ ਹੈ ਉਹਨਾਂ ਨੂੰ ਵੀ ਇਹ ਪੌਦਾ ਇੰਨੇ ਕੱਦ ਦਾ ਹੈ, ਇਹ ਦਰਖਤ ਹੈ। ਹੁਣ ਬੰਦਾ ਸੋਚਦਾ ਬੈਠ ਕੇ ਇੱਕ ਅਧਿਆਪਕ ਵੀ ਮੈਂ ਇਹਨੂੰ ਕਿੱਦਾਂ ਸਮਝਾਵਾਂ। ਫਿਰ ਅਸੀਂ ਉਹ ਆਪਣੇ ਈਅਰਫੋਨ ਲਾ ਕੇ ਨੈੱਟ ਨੂੰ ਸਟਰੋਂਗ ਕਰਕੇ ਤੇ ਫੀਲਡ 'ਚ ਜਾ ਕੇ ਉਹਦੇ ਫੁੱਲ ਬਾਰੇ ਪੜਾਉਣਾ। ਅੱਛਾ, ਜਿਹੜਾ ਮੈਡਮ ਦੱਸ ਰਹੇ ਨੇ, ਡਾਕਟਰ ਅਕਸ਼ਤਾ ਦੱਸ ਰਹੇ ਨੇ ਕਿ ਗਤੀਵਿਧੀਆਂ ਐਕਟੀਵਿਟੀਆਂ ਕਰਨੀਆਂ, ਉਹਦੇ 'ਚ ਇਹ ਸਾਡੇ ਸੋਚ ਆਉਂਦੀ ਸੀ ਕਿ ਬੱਚਾ ਜਿਹੜਾ ਆ ਉਹ ਸੁਣ ਰਿਹਾ ਹੈ, ਉਹ ਰਿਸੈਪਟਿਵ ਹੈ, ਕਿ ਉਹ ਸਾਡੀ ਗੱਲ ਨੂੰ ਫੜ ਰਿਹਾ ਹੈ। ਫਿਰ ਉਹਨੂੰ ਅਸੀਂ ਨਾਲ ਦੀ ਨਾਲ ਕਹਿਣਾ ਕਿ ਇਹ ਚੀਜ਼ ਜਿਹੜੀ ਆ ਤੁਸੀਂ ਸਾਨੂੰ ਲਿਖ ਕੇ ਭੇਜਣੀ ਹੈ, ਤਾਂ ਕਿ ਉਹ ਅਟੈਂਟਿਵ ਰਹਿਣ, ਉਹ ਸਾਡੇ ਨਾਲ ਇਨਵੋਲਵਡ ਰਹਿਣ। ਔਰ ਇਸ ਕਰੋਨਾ ਮਹਾਮਾਰੀ ਦੌਰਾਨ ਮੈਨੂੰ ਲੱਗਦਾ ਵੀ ਇੰਟਰਨੈਟ ਦਾ ਯੁੱਗ ਹੈ, ਬਹੁਤ ਡਾਟਾ ਜਿਹੜਾ ਹਰ ਬੰਦੇ ਦੇ ਫੋਨ 'ਚ ਹੈ। ਉਸ ਤੋਂ ਬਾਅਦ ਮੈਂ ਆਪਣੇ ਵਿਦਿਆਰਥੀਆਂ ਨਾਲ ਇਹੀ ਗੱਲ ਕਰਦਾ ਹੁੰਦਾ ਵੀ ਤੁਹਾਡੇ ਕੋਲ ਜਿਹੜਾ ਡਾਟਾ ਹੈ ਤੁਸੀਂ ਉਹਨੂੰ ਵਰਤ ਕਿੱਥੇ ਰਹੇ ਹੋ, ਇਹ ਆਪਾਂ ਬਹੁਤ ਸਿੱਖਿਆ। ਕੀ ਅਸੀਂ ਕੰਮ ਦੀ ਗੱਲ ਸਿੱਖ ਰਹੇ ਹਾਂ? YouTube ਹੈ, ਚੈਨਲਸ ਨੇ, ਬਹੁਤ ਕੁਝ ਚੱਲ ਰਿਹਾ। ਕੀ ਅਸੀਂ ਉਹ ਚੀਜ਼ ਸੁਣ ਪਾ ਰਹੇ ਹਾਂ ਜਿਹੜੀ ਸਾਨੂੰ ਸੁਣਨੀ ਚਾਹੀਦੀ ਹੈ, ਕਿ ਜਿਹੜੀ ਚੀਜ਼ ਸਾਨੂੰ ਸੁਣਾਈ ਜਾ ਰਹੀ ਹੈ ਅਸੀਂ ਉਹ ਸੁਣ ਰਹੇ ਹਾਂ? ਦੋ ਚੀਜ਼ਾਂ 'ਚ ਬੜਾ ਫਰਕ ਹੈ। ਤੁਸੀਂ ਕੋਈ ਸੋਸ਼ਲ ਮੀਡੀਆ ਨੈਟਵਰਕ ਚਲਾ ਲਓ, ਤੁਹਾਨੂੰ ਕੁਛ ਨਾ ਕੁਛ ਵੀਡੀਓ ਚੱਲਦਾ ਹੈ, ਤੁਸੀਂ ਉਹਨੂੰ ਦੇਖਣ ਲੱਗ ਜਾਂਦੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ 10 ਮਿੰਟ ਲੰਘ ਗਏ। ਪਰ ਵਿਦਿਆਰਥੀਆਂ ਨਾਲ ਮੈਂ ਇਸ ਗੱਲ ਤੇ ਆਪਣੇ ਕਾਲਜ 'ਚ, ਆਪਣੀ ਲੈਬ 'ਚ, ਜਦੋਂ ਆਮ ਤੌਰ ਤੇ ਵਿਦਿਆਰਥੀ ਕਹਿ ਦਿੰਦੇ ਸਰ, ਕਿਉਂਕਿ ਮੈਡਮ, ਜਿਵੇਂ ਮੈਡਮ ਦਾ ਵੀ, ਮੇਰੇ ਵਾਈਫ ਦਾ ਵੀ ਅਧਿਆਪਨ ਦਾ ਤਜਰਬਾ ਹੈ। ਇਹਨਾਂ ਨੇ ਮੋਦੀ ਕਾਲਜ ਪਟਿਆਲਾ ਤੋਂ ਪਹਿਲਾਂ ਵੀ ਖਾਲਸਾ ਕਾਲਜ ਵੀ ਜੌਬ ਕਰੀ। ਅਸੀਂ ਇਕੱਠੇ ਵੀ ਜਦੋਂ ਪੜ੍ਹਾਉਂਦੇ ਸੀ ਖਾਲਸਾ ਕਾਲਜ ਪਟਿਆਲਾ ਵਿਖੇ, ਅਸੀਂ ਇਹ ਗੱਲਾਂ ਕਰਦੇ ਰਹਿੰਦੇ ਸੀ ਕਿ ਵਿਦਿਆਰਥੀ ਨਾਲ ਇੰਟਰੈਕਸ਼ਨ ਕਿਵੇਂ ਸੁਧਰੇ, ਕਿੱਦਾਂ ਜ਼ਿਆਦਾ ਵਧੀਆ ਹੋਵੇ। ਉਹਨਾਂ ਨੇ ਇਹ ਵੀ ਗੱਲਾਂ ਕਰਨੀਆਂ ਕਿ ਇਕੱਲੇ ਸਿਲੇਬਸ ਤੋਂ ਇਲਾਵਾ ਕਿਹੜੀਆਂ ਜ਼ਿੰਦਗੀ ਦੀਆਂ ਗੱਲਾਂ ਜ਼ਰੂਰੀ, ਆਮ ਜ਼ਿੰਦਗੀ ਦੀ ਵੀ, ਕਿ ਬੇਟਾ ਤੁਸੀਂ ਕੀ ਪ੍ਰੋਬਲਮ ਫੇਸ ਕਰ ਰਹੇ ਹੋ। ਕਿਉਂਕਿ ਕਰੋਨਾ ਦੌਰਾਨ ਨਾ, ਕਰੋਨਾ ਹੋਣਾ ਅਲੱਗ ਚੀਜ਼ ਸੀ, ਪਰ ਉਹਦਾ ਇੱਕ ਡਰ ਜੋ ਹਰ ਬੰਦੇ ਦੇ ਮਨ 'ਚ ਸੀਗਾ ਕਿ ਵੀ ਮੈਨੂੰ ਨਾ ਕੁਝ ਹੋ ਜਾਏ, ਮੈਂ ਨਹੀਂ ਬਚਣਾ। ਇਹ ਡਰ, ਬੱਚੇ ਡਰਨ ਲੱਗ ਗਏ ਸੀ ਕਿ ਵੀ ਅਸੀਂ ਖੁੱਲੂਗਾ ਸਾਰਾ ਕੁਝ, ਕਦੋਂ ਖੁੱਲੂਗਾ। ਤੇ ਆਮ ਜ਼ਿੰਦਗੀ ਦੀਆਂ ਗੱਲਾਂ ਕਰਕੇ ਬੱਚਿਆਂ ਦੀ ਪ੍ਰੋਬਲਮ ਸੁਣ ਕੇ ਕਿ ਬੱਚਿਆਂ ਨੂੰ ਇੱਕ ਪੋਜ਼ਿਟਿਵਿਟੀ ਰਹੇ ਕਿ ਅਗਰ ਘਰੇ ਕਲਾਸਾਂ ਲਾ ਰਹੇ ਹੈ ਕਿ ਆਲ ਇਜ਼ ਵੈਲ, ਕਿ ਸਭ ਠੀਕ ਹੋ ਜਾਊਗਾ। ਤੁਹਾਡਾ ਇਹ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੰਦੇ ਹੋ ਨਾ, ਕਾਲਜ ਦੇ ਬੱਚਿਆਂ ਨੂੰ ਖਾਸ ਕਰਕੇ, ਹਨਾ, ਕਿ ਕਿਤਾਬੀ ਗਿਆਨ ਤੋਂ ਹਟ ਕੇ ਉਹਨਾਂ ਨੂੰ ਦੂਸਰੀ ਸਿੱਖਿਆ ਵੀ ਦਿੰਦੇ ਹੋ ਕਿ ਕਿੱਦਾਂ ਉਹ ਸਮਾਜ ਦੇ ਵਿੱਚ ਵਿਚਰ ਸਕਦੇ, ਸੋਸ਼ਲ ਅਵੇਅਰਨੈਸ ਵੀ ਹੋਣੀ ਚਾਹੀਦੀ ਬੱਚਿਆਂ। ਸੋ ਇਹ ਤਾਂ ਆਪਣੀਆਂ ਹੁਣ ਕਾਲਜ ਦੀਆਂ ਤੁਹਾਡੀਆਂ ਗੱਲਾਂ ਬਾਤਾਂ ਹੋ ਗਈਆਂ। ਜੇ ਆਪਾਂ ਹੁਣ ਥੋੜਾ ਜਿਹਾ ਆਪਣੇ ਤੁਹਾਡੇ ਘਰ ਪਰਿਵਾਰ ਦੀ ਆਪਾਂ ਜੇ ਗੱਲ ਕਰੀਏ, ਹਨਾ, ਤਾਂ ਅਕਸ਼ਿਤਾ ਜੀ ਤੁਸੀਂ ਦੱਸੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਹਾਂਜੀ, ਮੇਰੇ ਪਰਿਵਾਰ 'ਚ ਮੇਰੇ 2 ਬੱਚੇ ਨੇ। ਮੇਰਾ ਬੇਟਾ 11 ਸਾਲ ਦਾ ਹੈ ਤੇ ਬੇਟੀ ਮੇਰੀ 2 ਸਾਲ ਦੀ ਹੈ। ਅੱਛਾ। ਤੇ ਬੇਟੇ ਤੇ ਬੇਟੀ ਦੇ ਵਿੱਚ ਬਹੁਤ ਲੰਬਾ ਸਮਾਂ ਹੈ, ਗੈਪ ਹੈ। ਹਾਂਜੀ। ਬੇਟਾ ਹੋਣ ਤੋਂ ਬਾਅਦ ਕਈ ਵਾਰ ਹੁੰਦਾ ਨਾ, ਆਪਣੇ ਇੱਕ ਸੁਸਾਇਟੀ 'ਚ ਬਣਿਆ ਹੋਇਆ ਹੈ ਕਿ ਵੀ ਠੀਕ ਹੈ ਬੇਟਾ ਹੋ ਗਿਆ, ਹਾਂ ਤਾਂ ਬਸ ਠੀਕ ਹੈ, ਲੋੜ ਨਹੀਂ ਹੈ। ਬਟ ਅਸੀਂ ਫੀਲ ਕੀਤਾ ਕਿ ਨਹੀਂ, 2 ਬੱਚੇ ਹੋਣੇ ਬਹੁਤ ਜ਼ਰੂਰੀ ਹੈ। ਜਦੋਂ ਮੇਰੀ ਬੇਟੀ ਹੋਈ ਤਾਂ ਸਾਡੇ ਘਰ ਦਾ ਮਾਹੌਲ ਹੀ ਬਿਲਕੁਲ ਚੇਂਜ ਹੋ ਗਿਆ। ਉਹਦੇ ਨਾਲ ਜਿਵੇਂ ਕਹਿੰਦੇ ਘਰੇ ਦੁਬਾਰਾ ਰੌਣਕ ਆ ਗਈ। ਅਸੀਂ ਇੱਕ ਰੀਫਰੈਸ਼ ਦਾ ਬਟਨ ਦੱਬ ਲਿਆ ਕਿ ਅਸੀਂ ਦੁਬਾਰਾ ਰੀਜੂਵੀਨੇਟ ਹੋ ਗਏ ਹੈ। ਤੇ ਘਰੇ ਹੁਣ ਬੇਟੇ ਨੂੰ ਵੀ ਸ਼ੇਅਰਿੰਗ ਦੀ ਆਦਤ ਪਈ ਹੈ ਕਿ ਵੀ ਪਹਿਲਾਂ ਉਹ ਇਕੱਲਾ ਸੀ ਕਿ ਵੀ ਜੋ ਕੁਛ ਹੈ ਮੇਰਾ ਹੀ ਹੈ, ਜੋ ਆ ਰਿਹਾ ਹੈ ਪਾਪਾ ਲਿਆ ਰਹੇ ਹੈ, ਮੰਮਾ ਲਿਆ ਰਹੇ ਹੈ, ਉਹ ਮੇਰਾ ਹੀ ਹੈ। ਤੇ ਹੁਣ ਉਹਨੂੰ ਵੀ ਚੰਗਾ ਲੱਗਦਾ। ਹੁਣ ਉਹ ਆਪਣੇ ਤੋਂ ਪਹਿਲਾਂ ਆਪਣੀ ਸਿਸਟਰ ਨੂੰ ਦਿੰਦਾ ਹੈ ਕਿ ਵੀ ਨਹੀਂ, ਮੈਂ ਉਹਦੇ ਨਾਲ ਵੀ ਸ਼ੇਅਰ ਕਰਨਾ ਹੈ। ਤੇ ਲੜਦਾ ਵੀ ਹੈ ਉਹਦੇ ਨਾਲ, ਤੇ ਗੁੱਸਾ ਵੀ ਹੁੰਦਾ ਹੈ। ਤੇ ਅਗਰ ਆਪਾਂ ਨੂੰ ਲੱਗਦਾ ਹੈ ਕਿ ਵੀ ਓਵਰਆਲ ਡਿਵੈਲਪਮੈਂਟ ਬੱਚਿਆਂ ਦੀ, ਮੈਨੂੰ ਲੱਗਦਾ 2 ਬੱਚੇ ਹੋਣ ਤੋਂ ਆਪਸ 'ਚ ਜ਼ਿਆਦਾ ਵਧੀਆ ਸਿੱਖਦੇ ਨੇ। ਤੁਸੀਂ ਉਹ ਬਹੁਤ ਵੱਡੀ ਗੱਲ ਦੱਸੀ ਕਿ ਵੀ ਸ਼ੇਅਰਿੰਗ ਬੱਚੇ ਨੂੰ ਆ ਜਾਂਦੀ ਹੈ ਜਦੋਂ 2 ਬੱਚੇ ਹੁੰਦੇ ਨੇ। ਨਹੀਂ ਤਾਂ ਇਕੱਲਾ ਬੱਚਾ ਹੁੰਦਾ, ਉਹ ਕਹਿੰਦਾ ਸਾਰੀਆਂ ਚੀਜ਼ਾਂ ਮੇਰੀਆਂ ਹੀ ਨੇ। ਹਾਂਜੀ, ਉਹ ਆਪਣੀ ਹਰ ਡਿਮਾਂਡਸ ਨੂੰ ਪੂਰੀ ਕਰਵਾ ਲੈਂਦਾ ਪੇਰੈਂਟਸ ਤੋਂ। ਪਰ 2 ਬੱਚਿਆਂ ਨਾਲ ਬੱਚੇ ਨੂੰ ਥੋੜਾ ਲੱਗਦਾ ਕਿ ਠੀਕ ਹੈ, ਹੁਣ ਮੇਰੀ ਗੱਲ ਮੰਨੀ ਗਈ ਹੈ ਤੇ ਉਹਦੀ ਵੀ ਮੰਨੀ ਜਾਊਗੀ। ਅਮਰਿਤ ਜੀ, ਇਹਦੇ 'ਚ ਇੱਕ ਗੱਲ ਹੋਰ ਵੀ ਹੈ। ਜਿਹੜਾ ਮੇਰਾ ਬੇਟਾ ਆ ਯੁਵਰਾਜ, ਜਿਵੇਂ ਮੇਰੇ ਧਰਮ ਪਤਨੀ ਦੱਸ ਰਹੇ ਸੀ, ਉਹ ਜਦੋਂ ਇਕੱਲਾ ਪਲ ਰਿਹਾ ਸੀਗਾ, ਉਹਦੇ ਸੁਭਾਅ ਦੇ ਵਿੱਚ ਇੱਕ ਸੀਗਾ ਵੀ ਜਿਹੜੀ ਚੀਜ਼, ਜਿੱਦਾਂ ਹਰ ਇੱਕ, ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਜਿਹੜਾ ਜੀਵਨ ਸੀ ਬਹੁਤ ਵਧੀਆ ਸੀ। ਆਪਾਂ ਨੂੰ ਇਹ ਵੀ ਦੇਖਦੇ ਰਹਿਣਾ ਪੈਂਦਾ ਹੈ। ਜੇ ਘਰਾਂ 'ਚ, ਜੇ ਤੁਸੀਂ ਪੁਰਾਣੇ ਸਮਿਆਂ 'ਚ ਪੁੱਛੋ ਵੀ 3-4 ਜਾਣੇ ਸੀ, 2 ਭੈਣਾਂ 3 ਭਰਾ ਸੀ, ਮੈਨੂੰ ਲੱਗਦਾ ਕਿ ਇਨਸਾਨੀ ਰਿਸ਼ਤੇ ਜ਼ਿਆਦਾ ਇੰਪੋਰਟੈਂਸ ਰੱਖਦੇ ਸੀ, ਚੀਜ਼ਾਂ ਦੀ ਕਦਰ ਘੱਟ ਸੀ, ਚੀਜ਼ਾਂ ਘੱਟ ਸੀ, ਘਰ ਛੋਟੇ ਸੀ, ਬੰਦਿਆਂ ਦੀ ਗਿਣਤੀ ਸੀ। ਹੌਲੀ ਹੌਲੀ ਅਸੀਂ ਚੀਜ਼ਾਂ ਵੱਲ ਨੂੰ ਤੁਰ ਪਏ, ਘਰ ਵੱਡੇ ਪਾ ਲਏ, ਵੱਡੀਆਂ ਗੱਡੀਆਂ ਹੋ ਗਈਆਂ ਔਰ ਮਹਿੰਗੇ ਫੋਨ, ਅੱਛਾ ਡਾਟਾ ਨੈਟਵਰਕ, ਅਸੀਂ ਬਿਜ਼ੀ ਤਾਂ ਬਹੁਤ ਹੋ ਗਏ, ਪਰ ਕਿਤੇ ਨਾ ਕਿਤੇ ਇਨਸਾਨੀ ਰਿਸ਼ਤੇ ਘਟਦੇ ਗਏ। ਤੇ ਜਦੋਂ ਬੇਟਾ ਸਾਡਾ ਸੀਗਾ ਤੇ ਅਸੀਂ ਕਦੀ ਨਹੀਂ ਸੋਚਿਆ ਸੀ ਵੀ ਸਾਨੂੰ ਇਹ ਚੀਜ਼ ਚੰਗੀ ਲੱਗਦੀ ਹੈ ਕਿ ਸਾਡੀ ਇੱਕੋ ਔਲਾਦ ਹੋਵੇ। ਔਰ ਉਸ ਤੋਂ ਬਾਅਦ ਸਮਾਂ ਇਹੋ ਜਿਹਾ ਚੱਲਿਆ ਕਿ ਤੁਹਾਨੂੰ ਸੁਸਾਇਟੀ ਲੰਘਦੇ ਵੜਦੇ ਅਹਿਸਾਸ ਕਰਾਉਂਦੀ ਹੈ ਕਿ ਤੁਸੀਂ ਤਾਂ ਬੜੇ ਕਿਸਮਤ ਵਾਲੇ ਹੋ, ਕਿ ਤੁਹਾਡਾ ਤਾਂ ਜੀ ਦੇਖੋ ਦੋਨੇ ਜਾਣੇ ਪੜ੍ਹੇ ਲਿਖੇ ਹੋ, ਜੌਬ ਕਰਦੇ ਹੋ, ਤੁਹਾਡਾ ਇੱਕ ਬੇਟਾ ਦੇ ਦਿੱਤਾ ਰੱਬ ਨੇ, ਬਸ। ਔਰ ਮੈਂ ਨਹੀਂ ਝੂਠ ਕਹਿੰਦਾ ਕਿ ਅਸੀਂ ਇਨਫਲੂਐਂਸ 'ਚ ਨਹੀਂ ਆਏ, ਸਾਨੂੰ ਵੀ ਲੱਗਣ ਲੱਗ ਗਿਆ ਵੀ ਸ਼ਾਇਦ ਜੇ ਸਾਰਾ ਸਮਾਜ ਕਹਿੰਦਾ। ਪਰ ਫਿਰ ਜਦੋਂ ਅਸੀਂ ਜੀਵਨ ਬਤੀਤ ਕਰਿਆ, ਸਾਨੂੰ ਲੱਗਿਆ ਕਿ ਘਰ ਜਿਹੜਾ ਆ ਉਹ 'ਚ 1% ਜੀ ਗਰੋਥ ਆ, ਤੇ ਕਿਤੇ ਨਾ ਕਿਤੇ ਲੜਕੀ ਦੀ, ਬੇਟੀ ਦੀ ਕਮੀ ਸੀ।
ਪਰ ਕੁਦਰਤ ਦਾ ਫੈਸਲਾ ਹੁੰਦਾ ਹੈ। ਅਸੀਂ ਬੜੀਆਂ ਸੁੱਖ ਕੇ ਅੱਛਾ, ਬੇਟੀ ਜਿਹੜਾ ਹਾਂਜੀ ਉਹਦਾ ਨਾਮ ਹੀ ਬੇਟੇ ਦਾ ਨਾਮ ਯੁਵਰਾਜ ਹੈ, ਬੇਟੇ ਦਾ ਨਾਮ ਮੰਨਤ ਹੈ। ਮੰਨਤ ਨਾਮ ਹੀ ਮੰਗ ਕੇ ਲਈ ਹੋਈ ਸੀ ਵੀ ਬਾਬਾ ਸੱਚਿਆ ਵੀ ਜਿਹਨੂੰ ਕਹਿੰਦੇ ਵੀ ਕੁੜੀ ਦੇ ਦੀ ਸਾਨੂੰ, ਕਿਉਂਕਿ ਬੇਟਾ ਸਾਡੇ ਕੋਲ ਹੈਗਾ। ਔਰ ਉਸ ਦੇ ਆਉਣ ਤੋਂ ਬਾਅਦ ਘਰ ਦੇ ਵਿੱਚ ਬਹੁਤ ਚੇਂਜਸ ਆਉਂਦੀਆਂ ਨੇ, ਤੁਹਾਡੀ ਫੈਮਿਲੀ ਕੰਪਲੀਟ ਹੁੰਦੀ ਹੈ। ਔਰ ਇੱਕ ਨਾ ਜਿਹਨੂੰ ਕਹਿੰਦੇ ਆ, ਮੈਨੂੰ ਲੱਗਦਾ ਹੈ ਕਿ ਸਾਨੂੰ ਮਨੁੱਖ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਚੀਜ਼ਾਂ ਨੂੰ। ਅਸੀਂ ਇਸ ਚੀਜ਼ ਨੂੰ, ਇਨਸਾਨੀ ਰਿਸ਼ਤਿਆਂ ਨੂੰ ਜ਼ਿਆਦਾ ਮਹੱਤਵ ਦਈਏ। ਔਰ ਬੇਟੇ ਦੀ ਜਿਹੜੀ ਸੋਚਣ ਦੀ, ਬੇਟੇ ਦੇ ਆਮ ਜ਼ਿੰਦਗੀ 'ਚ ਵਿਚਰਨ ਦੀ ਜਿਹੜੀ ਟੈਂਡੈਂਸੀ ਸੀ, ਉਹ ਬਹੁਤ ਸੋਹਣੀ ਹੋ ਰਹੀ ਹੈ ਕਿ ਉਹਨੂੰ ਲੱਗਦਾ ਹੈ ਕਿ ਹਾਂ 2 ਜਾਣੇ ਆ। ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਸਮਾਜ 'ਚ ਵਿਚਰ ਕੇ ਸਮਝ ਕੇ ਹੀ ਮਹਿਸੂਸ ਹੁੰਦੀ ਹੈ ਕਿ ਮੈਂ ਫਿਰ ਉਹੀ ਗੱਲ ਕਹਿੰਦਾ ਵੀ ਮਨੁੱਖੀ ਰਿਸ਼ਤੇ ਬਹੁਤ ਇੰਪੋਰਟੈਂਟ ਨੇ। ਹਾਂਜੀ, ਸੋ ਅੱਜ ਕੱਲ੍ਹ ਦੇ ਆਪਾਂ ਟਾਈਮ ਦੇਖਦੇ ਹਾਂ ਕਿ ਮਨੁੱਖੀ ਰਿਸ਼ਤੇ ਜਿਹੜੇ ਖਤਮ ਹੁੰਦੇ ਜਾ ਰਹੇ ਨੇ। ਤੁਸੀਂ ਕਿਹਾ ਕਿ ਆਪਾਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਨ ਲੱਗ ਗਏ ਹਾਂ, ਹਨਾ। ਅੱਜ ਕੱਲ੍ਹ ਜਿਵੇਂ ਹੁਣ ਮੰਨ ਲਓ ਘਰ ਦੀ ਗੱਲ ਕਰੀਏ, ਇੱਕ ਛੋਟਾ ਪਰਿਵਾਰ ਹੁੰਦਾ ਸੀ, ਘਰ ਛੋਟੇ ਹੁੰਦੇ ਸੀ, ਪਰਿਵਾਰ ਜ਼ਿਆਦਾ ਜੀ ਰਹਿੰਦੇ ਹੁੰਦੇ ਸੀ, ਹਨਾ, ਸਾਰੇ ਇਕੱਠੇ ਔਰ ਖੁਸ਼ ਰਹਿੰਦੇ ਸੀਗੇ, ਹਨਾ। ਅੱਜ ਕੱਲ੍ਹ ਆਪਾਂ ਇਕੱਲੇ ਆ, ਮੈਨੂੰ ਲੱਗਦਾ ਤਾਂ ਵੀ ਆਪਾਂ ਨੂੰ ਖੁਸ਼ੀ ਨਹੀਂ ਹਾਸਿਲ ਹੋ ਰਹੀ। ਬੜਾ ਅਜੀਬ ਜਿਹਾ ਆ। ਤੁਸੀਂ ਦੇਖੋ, ਛੋਟੇ ਹੁੰਦੇ ਅਸੀਂ ਪਿੰਡਾਂ 'ਚ ਰਹੇ ਆ ਤੇ ਜਦੋਂ ਕਿਸੇ ਨੇ ਰਿਸ਼ਤੇਦਾਰ ਨੇ ਆ ਜਾਣਾ, ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਅਸੀਂ ਕਦੋਂ 8-10 ਜਾਣਿਆਂ ਦੇ ਲਈ ਸਾਰੇ ਮੰਜੇ ਲਾ ਕੇ ਤੇ ਤਿਆਰ ਕਰ ਲੈਂਦੇ, ਬਿਸਤਰੇ ਵਿਛਾ ਲੈਂਦੇ ਸੀ। ਉਹਨਾਂ ਪੇਟੀਆਂ ਦਾ ਮਹੱਤਵ ਸੀ, ਉਹਨਾਂ ਬਿਸਤਰਿਆਂ ਦਾ ਮਹੱਤਵ ਸੀ, ਉਹ ਮੌਕੇ ਤੇ ਕੱਢ ਲਏ ਜਾਂਦੇ ਸੀ। ਹਾਲਾਂਕਿ ਜਿੱਦਾਂ ਅੱਜ ਕੱਲ੍ਹ ਹੁਣ ਦੁਬਾਰਾ ਆਪਾਂ ਫਿਲਮਾਂ ਵੀ ਦੇਖਦੇ ਆ ਨਾ, ਮੰਜੇ ਬਿਸਤਰੇ ਜਾਂ ਕਿਵੇਂ, ਉਹ ਕਨਸੈਪਟ ਖਤਮ ਨੇ। ਹੁਣ ਕੀ ਆ, ਕਿਰਾਏ ਤੇ ਆਉਂਦੇ ਨੇ ਜੀ, ਬਿਸਤਰੇ ਆਉਂਦੇ ਨੇ, ਅਸੀਂ ਵਾਧੂ ਚੀਜ਼ ਨਹੀਂ ਰੱਖਦੇ, ਅਸੀਂ ਬਰਡਨ ਮੰਨਦੇ ਆ। ਮੈਨੂੰ ਲੱਗਦਾ ਹੈ ਵੀ ਲੋਕ ਦਿਖਾਵਾ ਜ਼ਿਆਦਾ ਤੇ ਇਨਸਾਨੀ ਜਿਹੜੇ ਰਿਸ਼ਤਿਆਂ ਦੇ ਵਿੱਚ ਖੜੋਤ ਆਈ ਹੈ। ਬੰਦਿਆਂ ਦੀ ਗਿਣਤੀ ਹੈ, ਨਿਊਕਲੀਅਰ ਫੈਮਲੀਜ਼ ਹੈ, ਤਾਂ 2-2 3-3 ਬੰਦਿਆਂ ਦੇ ਘਰ ਨੇ। ਔਰ ਮੈਂ ਤਾਂ ਆਲੇ ਦੁਆਲੇ ਜਦੋਂ ਦੇਖਦਾ, ਈਵਨ ਪਟਿਆਲੇ ਅਰਬਨ ਸਟੇਟ 'ਚ ਵੀ ਤੁਸੀਂ ਕਿਤੇ ਨਿਗਾਹ ਮਾਰ ਕੇ ਦੇਖੋ ਵੀ ਵੱਡੀਆਂ ਕੋਠੀਆਂ ਨੇ, 2-2 ਬੰਦੇ ਨੇ, ਜ਼ਿਆਦਾਤਰ ਬਜ਼ੁਰਗ ਨੇ। ਜਿਹੜਾ ਵਰਤਾਰਾ ਪੰਜਾਬ ਦਾ ਚੱਲ ਰਿਹਾ, ਬੱਚੇ ਬਾਹਰ ਜਾ ਰਹੇ ਨੇ, ਉਹ ਸਾਰੀ ਨੌਜਵਾਨ ਪੀੜ੍ਹੀ ਤਾਂ ਪੜ੍ਹ ਕੇ ਜਦੋਂ ਨੂੰ ਉਹਨੇ ਸੁਸਾਇਟੀ ਨੂੰ ਗਿਵ ਬੈਕ ਦੇਣਾ ਸੀ, ਸੁਸਾਇਟੀ 'ਚ ਵਿਚਰਨਾ ਸੀ, ਇੱਥੇ ਰੌਣਕ ਹੋਣੀ ਸੀ। ਉਸ ਟਾਈਮ ਨੂੰ ਜਦੋਂ ਬੱਚਾ ਸਾਡਾ ਇੱਥੇ ਪੜ੍ਹਦਾ, 12ਵੀਂ ਕਰਦਾ ਤੇ ਉਹ ਕੈਨੇਡਾ ਜਾਂ ਕਿਤੇ ਜਾ ਵੜਦਾ, ਤੁਸੀਂ ਸੋਚੋ ਤੇ ਸਮਾਜ 'ਚ ਸਾਡੀ ਬਣਤਰ ਕਿਹੋ ਜਿਹੀ ਹੋਏਗੀ। ਹੌਲੀ ਲੱਗਦਾ ਕਿ ਅਸੀਂ ਜਿਹੜੇ ਬਜ਼ੁਰਗ ਵੀ ਰਹਿ ਜਾਂਦੇ ਨੇ, ਉਹ ਵੀ ਕਿਤੇ ਨਾ ਕਿਤੇ ਖੁਸ਼ ਤਾਂ ਨੇ ਕਿ ਬੱਚਿਆਂ ਨੂੰ ਬਾਹਰ ਭੇਜ ਕੇ, ਪਰ ਅੰਦਰ ਉਹ ਰੋਜ਼ ਹਸਬੈਂਡ ਵਾਈਫ ਆਪਸ 'ਚ ਗੱਲ ਕਰਦੇ ਨੇ ਕਿ ਇੱਕ ਬੱਚਾ ਹੈ, ਉਹ ਵੀ ਅਸੀਂ ਬਾਹਰ ਭੇਜਤਾ, ਤੇ ਦੇ ਫੀਲ ਡਿਫਿਕਲਟ। ਇਹ ਚੀਜ਼ਾਂ ਅੰਦਰ ਝੁਰਦੇ ਰਹਿੰਦੇ ਨੇ ਮਾਂ ਬਾਪ, ਹਨਾ, ਬੱਚਿਆਂ ਨੂੰ ਬਾਹਰ ਭੇਜ ਕੇ। ਤੇ ਅੱਛਾ, ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇੱਕ ਤੁਹਾਡੀ ਬੇਟੀ ਹੈ ਛੋਟੀ, ਹਨਾ, ਕਹਿੰਦੇ ਨੇ ਬੇਟੀ ਦਾ ਬਾਪ ਨਾਲ ਜ਼ਿਆਦਾ ਲਗਾਵ ਹੁੰਦਾ। ਇਹ ਬਿਲਕੁਲ ਸਹੀ ਕਿਹਾ ਤੁਸੀਂ। ਹਾਂਜੀ ਮਤਲਬ ਪਾਪਾ ਦੇ ਨਾਲ ਤਾਂ ਉਹਦਾ ਇਹ ਹਾਲ ਹੈ, ਅਗਰ ਪਾਪਾ ਨੇ ਉੱਚੀ ਆਵਾਜ਼ 'ਚ ਵੀ ਹਲਕਾ ਜਿਹਾ ਕੁਝ ਕਹਿਤਾ ਨਾ ਤੇ ਬਸ ਉਹਨੇ ਗੁੱਸਾ ਕਰ ਜਾਣਾ ਕਿ ਵੀ ਪਾਪਾ ਨੇ ਕਿਵੇਂ ਕਹਿਤਾ ਮੈਨੂੰ। ਨਾ ਉਹ ਉੱਚਾ ਬੋਲਣ ਦਿੰਦੀ ਹੈ ਜੀ ਘਰ 'ਚ, ਨਾ ਉਹ ਗੁੱਸਾ ਹੋਣ ਦਿੰਦੀ ਹੈ। ਉਹ ਗੁੱਸਾ ਹੋ ਜੇ ਤੁਸੀਂ, ਮੈਂ ਤਾਂ ਐਜ਼ ਏ ਫਾਦਰ ਮੈਂ ਗੁੱਸਾ ਤਾਂ ਮਤਲਬ ਮੈਂ ਤਾਂ ਉਹਨੂੰ ਜੇ ਇਹ ਵੀ ਕਹਿ ਦਾਂ ਨਾ ਵੀ ਆਹ ਚੀਜ਼ ਇੱਥੇ ਨਹੀਂ ਇੱਥੇ, ਤੇ ਉਹ ਪਤਾ ਨਹੀਂ ਉਹਦੇ 3-4 ਜਗ੍ਹਾਵਾਂ ਨੇ ਘਰ 'ਚ, ਉਹਨੇ ਰੁੱਸ ਕੇ ਜਾ ਕੇ ਮੇਰੇ ਤੋਂ ਉੱਥੇ ਜਾ ਕੇ ਖੜ ਜਾਣਾ, ਫਿਰ ਦੇਖਦੇ ਰਹਿਣਾ ਕਿ ਪਾਪਾ ਆ ਰਹੇ ਆ। ਤੇ ਮੇਰੇ ਜੀਵਨ 'ਚ ਮੰਨਤ ਦੇ ਆਉਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜਿੰਨਾ ਚੇਂਜ ਆਈ ਹੈ ਮੇਰੇ ਬੋਲਣ 'ਚ, ਮੈਂ ਬਹੁਤ ਲਾਊਡ ਗੱਲ ਕਰਦਾ ਹੁੰਦਾ ਸੀ, ਆਮ ਹੀ ਸਾਡਾ ਸੁਭਾਅ ਸੀ, ਪਿੰਡੂ ਜੀਵਨ 'ਚ ਉੱਠੇ ਸੀ। ਹੁਣ ਮੈਨੂੰ ਲੱਗਦਾ ਕਿ ਬੰਦਾ ਬਹੁਤ ਲਾਊਡ ਬੋਲ ਰਿਹਾ, ਹੌਲੀ ਬੋਲਣਾ ਚਾਹੀਦਾ ਹੈ, ਕਿਉਂਕਿ ਉਹ ਨਿੱਕੀ ਜੀ ਗੱਲ ਤੇ ਉੱਠ ਖੜਦੀ ਹੈ, ਉਹ ਘਬਰਾ ਜਾਂਦਾ ਬੱਚਾ। ਔਰ ਵੈਸੇ ਵੀ ਜਿਹੜਾ ਹੈਗਾ ਬਖਸ਼ ਹੀ ਹੈ ਕਿ ਕੁੜੀਆਂ ਜਿਹੜੀਆਂ ਨੇ ਉਹ ਥੋੜਾ ਕੋਮਲ ਸੁਭਾਅ ਦੀਆਂ ਨੇ ਤੇ ਪਿਆਰ ਲੈਂਦੀਆਂ ਨੇ। ਔਰ ਮੈਂ ਫਿਰ ਉਹੀ ਗੱਲ ਦੱਸੀ ਤੁਹਾਨੂੰ ਕਿ ਸਾਡੇ ਜਿੱਦਾਂ ਮੇਰੇ ਵਾਈਫ ਨੇ ਕਿਹਾ ਰੀਫਰੈਸ਼ ਦਾ ਬਟਨ ਹੈ, ਇਹ ਘਰ ਦੇ ਵਿੱਚ ਖੁਸ਼ੀਆਂ ਭਰ ਆਈਆਂ ਔਰ ਸਾਰੀ ਲਾਈਫ ਫਿਰ ਤੁਰ ਪੈਂਦੀ ਆ। ਅਸੀਂ ਜਿਵੇਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਛੱਡ ਕੇ ਹੁਣ ਦੁਬਾਰਾ ਫੈਮਿਲੀ ਵਾਈਜ਼ ਜਿਵੇਂ ਫੈਮਿਲੀ ਨੂੰ ਜ਼ਿਆਦਾ ਧਿਆਨ ਦੇਣ ਲੱਗ ਗਏ। ਹਾਂ, ਇਹ ਗੱਲ ਅੰਮ੍ਰਿਤ ਜੀ ਜਿਹੜੀ ਮੇਰੇ ਵਾਈਫ ਗੱਲ ਕਰਨ ਲੱਗੇ, ਜ਼ਿਆਦਾ ਇੰਪੋਰਟੈਂਸ ਦੇਣ ਲੱਗ ਗਏ। ਸਾਨੂੰ ਲੱਗਦਾ ਹੈ ਕਿ ਵੀ ਬਾਕੀ ਚੀਜ਼ਾਂ ਸਭ ਬਾਅਦ 'ਚ ਹੈ, ਆਪਾਂ ਲਾਈਏ ਤਾਂ ਫੋਨ ਨੇ ਸਾਨੂੰ ਲਾੜ ਨਹੀਂ ਲੜਾਉਣੇ, ਫੋਨ ਤੇ ਆਪਾਂ ਜਿੰਨਾ ਮਰਜ਼ੀ ਲੱਗੇ ਰਹੀਏ, ਪਰ ਫੋਨ ਨੇ ਸਾਨੂੰ ਪਿਆਰ ਨਹੀਂ ਕਰਨਾ, ਉਹਨੇ ਸਾਨੂੰ ਗਿਵ ਬੈਕ ਨਹੀਂ ਕਰਨਾ। ਪਰ ਬੱਚੇ ਹੈ, ਇਨਸਾਨ, ਮਤਲਬ ਅਗਰ ਆਪਾਂ ਬੱਚੇ ਨੂੰ ਪਿਆਰ ਨਾਲ ਦੇਖਦੇ ਹਾਂ, ਉਹ ਸਾਨੂੰ ਦੁਬਾਰਾ ਦੇਖਦਾ ਹੈ, ਤੇ ਮੈਨੂੰ ਲੱਗਦਾ ਚੀਜ਼ਾਂ ਰਿਸਪੌਂਡ ਨਹੀਂ ਕਰਦੀ। ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਇਨਸਾਨੀਅਤ ਨੂੰ, ਇਨਸਾਨ ਨੂੰ ਜ਼ਿਆਦਾ ਵੈਲਿਊ ਕਰਨੀ ਚਾਹੀਦੀ ਹੈ। ਪਰਿਵਾਰ 'ਚ ਖੁਸ਼ ਰਹਿਣ ਲਈ ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਡਾਕਟਰ ਅਕਸ਼ਿਤਾ ਜੀ, ਸਾਨੂੰ ਇੱਕ ਗੱਲ ਹੋਰ ਦੱਸੋ ਕਿ ਤੁਸੀਂ ਬੀਇੰਗ ਅ ਲੇਡੀ, ਤੁਸੀਂ ਪੜ੍ਹੇ ਲਿਖੇ ਹੋ, ਹਨਾ, ਤੁਹਾਨੂੰ ਵੀ ਰੱਬ ਨੇ ਇੱਕ ਬੇਟੀ ਦਿੱਤੀ ਹੈ। ਬੇਟੀ ਮਤਲਬ ਕਿੰਨੀ ਕੁ ਜ਼ਰੂਰੀ ਹੈ ਉਹਦੀ ਸਿੱਖਿਆ, ਕਿ ਕਿੰਨਾ ਕੁ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਇੱਕ ਬੇਟੀ? ਹਾਂਜੀ, ਬੇਟੀ ਦਾ ਵੀ ਜਿਵੇਂ ਮੁੰਡਿਆਂ ਦਾ ਪੜ੍ਹਨਾ ਲਿਖਣਾ ਜ਼ਰੂਰੀ ਹੈ, ਉੱਦਾਂ ਹੀ ਕੁੜੀ ਲਈ ਵੀ ਬਹੁਤ ਜ਼ਰੂਰੀ ਹੈ।
ਤੇ ਮੈਨੂੰ ਲੱਗਦਾ ਹੁਣ ਤੋਂ ਆਪਣੀ ਸੋਸਾਇਟੀ 'ਚ ਇਦਾਂ ਵੀ ਕੁਝ ਨਹੀਂ ਹੈਗਾ, ਸਭ ਬੋਥ ਆਰ ਇਕੁਅਲੀ ਇੰਪੋਰਟੈਂਟ। ਸੋ ਦੋਨਾਂ ਦੀ ਸਿੱਖਿਆ ਬਰਾਬਰ ਹੋਣੀ ਚਾਹੀਦੀ ਹੈ। ਇਨਫੈਕਟ ਕੁੜੀਆਂ ਜ਼ਿਆਦਾ ਉਹ ਕਰ ਰਹੇ ਨੇ, ਐਕਸੈਲ ਕਰ ਰਹੇ ਨੇ ਐਜ਼ ਕੰਪੇਅਰ ਟੂ ਬॉयਜ਼। ਤੇ ਸੈਲਫ ਡਿਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੇਟਰ ਔਨ ਕਦੀ ਵੀ ਲੋੜ ਪਏ। ਸੈਲਫ ਡਿਪੈਂਡੈਂਟ ਬੰਦਾ ਜਦੋਂ ਸੋਸਾਇਟੀ 'ਚ ਮੂਵ ਕਰਦਾ, ਆਪਾਂ ਸੋਸਾਇਟੀ 'ਚ ਸਿੱਖਦੇ ਹਾਂ ਕਿਵੇਂ ਵਰਤਣਾ ਹੈ, ਕਿਵੇਂ ਗੱਲਬਾਤ ਕਰਨੀ ਹੈ। ਤੇ ਐਜੂਕੇਸ਼ਨ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਹਰ ਇਨਸਾਨ ਦੇ ਜੀਵਨ 'ਚ, ਤੇ ਕੁੜੀਆਂ ਦੇ ਜੀਵਨ 'ਚ ਵੀ। ਤੇ ਮੇਰੇ ਹਿਸਾਬ ਨਾਲ ਹਾਂਜੀ, ਕੁੜੀਆਂ ਦੀ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਤੇ ਹਰ ਕਿਸੇ ਨੂੰ ਕੁੜੀਆਂ ਨੂੰ ਬਰਾਬਰ ਪੜ੍ਹਾਉਣਾ ਚਾਹੀਦਾ ਹੈ। ਕੁੜੀਆਂ ਦੀ ਆਪਾਂ ਗੱਲ ਕੀਤੀ। ਰਾਜਦੀਪ ਜੀ, ਹੁਣ ਤੁਸੀਂ ਸਾਨੂੰ ਦੱਸੋ ਕਿ ਬੀਇੰਗ ਅ ਫਾਦਰ, ਹੈ ਨਾ, ਤੁਸੀਂ ਪੜ੍ਹੇ ਲਿਖੇ ਹੋ, ਕਿ ਮੁੰਡਿਆਂ ਨੂੰ ਵੀ ਜ਼ਰੂਰੀ ਹੈ ਘਰ ਦੇ ਕੰਮਕਾਰ ਆਉਣੇ ਚਾਹੀਦੇ ਨੇ, ਕਿ ਸਿਰਫ ਇਹ ਜ਼ਰੂਰੀ ਹੈ ਕਿ ਹਾਂ ਵੀ ਲੜਕੇ ਨੇ ਤਾਂ ਠੀਕ ਹੈ ਜੀ ਪੜ੍ਹ ਲਿਖ ਗਿਆ ਬਸ, ਬਹੁਤ ਆਉਣੇ ਤਾਂ ਨੌਕਰੀ ਹੀ ਕਰਨੀ ਹੈ? ਕਿੰਨਾ ਕੁ ਜ਼ਰੂਰੀ ਹੈ ਉਹਦੇ ਲਈ ਕਿ ਉਸ ਨੂੰ ਵੀ ਪਰਿਵਾਰਿਕ ਜ਼ਿੰਮੇਵਾਰੀਆਂ ਜਿਹੜੀਆਂ ਆਪਣੀਆਂ ਸਮਝਣੀਆਂ ਚਾਹੀਦੀਆਂ ਨੇ? ਅੰਮ੍ਰਿਤ ਜੀ, ਇਹ ਮੈਨੂੰ ਲੱਗਦਾ ਕਿ ਜਿਹੜਾ ਘਰ ਦੇ ਵਿੱਚ ਕੰਮ ਹੈ ਇਹਨੂੰ ਮੁੰਡਾ ਜਾਂ ਕੁੜੀ ਨਾਲ ਡਿਫਰੈਂਸ਼ੀਏਟ ਨਹੀਂ ਕਰਨਾ ਚਾਹੀਦਾ। ਮੈਂ ਆਪਣੇ ਬੇਟੇ ਨੂੰ ਇਹੀ ਕਹਿਣਾ ਹੁੰਦਾ ਕਿ ਕੋਈ ਝੂਠ ਵਾਲੀ ਗੱਲ ਨਹੀਂ। ਸਵੇਰੇ ਸਾਡੇ ਸਾਡੇ ਫੈਮਿਲੀ ਫਰੈਂਡ ਨੇ ਗੁਰਬਖਸ਼ੀਸ਼, ਉਹ ਦੁੱਧ ਦੇ ਕੇ ਜਾਂਦੇ ਆ ਤੇ ਦੁੱਧ ਨੂੰ ਉਬਾਲਾ ਜਿਹੜਾ ਹੈ ਉਹ ਯੁਵਰਾਜ ਦਿੰਦਾ ਹੈ। ਇਹ ਨਿੱਕੀ ਜੀ ਗੱਲ ਹੈ। ਇਹਦਾ ਮਤਲਬ ਕੀ ਹੈ ਕਿ ਉਹ ਚੁੱਲ੍ਹੇ ਕੋ ਖੜਦਾ ਹੈ, ਉਹਨੂੰ ਡਿਪੈਂਡ ਕਰਦਾ ਹੈ, ਅਸੀਂ ਉਹਦੇ ਤੇ ਡਿਪੈਂਡ ਕਰ ਰਹੇ ਹਾਂ। ਮੈਂ ਉਹਨੂੰ ਕਈ ਵਾਰੀ ਗੱਲ ਕਰਦਾ, ਮੈਂ ਕਿਹਾ ਇੱਥੋਂ ਬੱਚੇ ਚਲੇ ਜਾਂਦੇ ਕੈਨੇਡਾ, ਕੋਈ ਪਤਾ ਨਹੀਂ ਕੱਲ੍ਹ ਨੂੰ ਬੇਟਾ ਤੂੰ ਕਹੇ ਮੈਂ ਕੈਨੇਡਾ ਜਾਣਾ ਹੈ ਜਾਂ ਪੜ੍ਹਨ ਜਾਣਾ ਹੈ, ਤਾਂ ਬੱਚਿਆਂ ਨੂੰ ਬੇਸਿਕ ਟ੍ਰੇਨਿੰਗ ਦੀ ਬਹੁਤ ਲੋੜ ਹੈ। ਬੱਚਾ ਚਾਹੇ IIT ਕਰਨ ਚਲੇ ਜਾਏ ਬੈਂਗਲੌਰ, ਬੱਚਾ ਚਾਹੇ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਚਲੇ ਜਾਏ, ਉਹਨੂੰ ਸਵੇਰੇ ਉੱਠਣਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਬ੍ਰੇਕਫਾਸਟ ਤੱਕ ਪ੍ਰੈਪਰੇਸ਼ਨ, ਥੋੜ੍ਹਾ ਜਿਹਾ ਉਹਨੂੰ ਸਮਝ ਆਉਣੀ ਚਾਹੀਦੀ ਹੈ। ਜਦੋਂ ਉਹ ਸਮਾਜ 'ਚੋਂ ਰਸੋਈ 'ਚੋਂ ਨਿਕਲੇਗਾ ਨਾ ਮੁੰਡਾ ਵੀ, ਤਾਂ ਉਹਨੂੰ ਬਹੁਤ ਗੱਲਾਂ ਮਾਂ ਸਿਖਾ ਦੇਗੀ। ਉਹ ਉਹਨੂੰ ਜ਼ਿੰਦਗੀ 'ਚ ਕੰਮ ਆਉਣਗੀਆਂ। ਇਸੇ ਤਰ੍ਹਾਂ ਬੇਟੀਆਂ ਨੂੰ ਜਦੋਂ ਮਾਂ ਕੋਈ ਗੱਲ ਸਿਖਾਉਂਦੀ, ਉਹ ਤਾਂ ਸਾਰੀ ਜ਼ਿੰਦਗੀ, ਜਿਵੇਂ ਮੇਰੇ ਵਾਈਫ ਦੱਸ ਰਹੇ ਸੀ, ਜੇ ਕੁੜੀ ਪੜ੍ਹੀ ਹੋਈ ਹੈ ਤੇ ਉਹ ਕੱਲ੍ਹ ਨੂੰ ਸਮਝ ਲਓ ਇੱਕ ਪਰਿਵਾਰ ਦੀ ਲੇਡੀ ਪੜ੍ਹ ਗਈ ਤਾਂ ਉਹਨੇ ਪਤਾ ਨਹੀਂ ਕਿੰਨਾ ਫਾਇਦਾ ਕਰ ਜਾਣਾ। ਉਹਦੀ ਪੜ੍ਹਾਈ ਬਹੁਤ ਜ਼ਰੂਰੀ। ਇਸੇ ਤਰ੍ਹਾਂ ਮੁੰਡਿਆਂ ਦਾ ਘਰੇਲੂ ਕੰਮਾਂ ਦੇ ਵਿੱਚ ਫਾਦਰ ਦੇ ਨਾਲ ਮਦਰ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਹਨੂੰ ਤਾਂ ਹੀ ਸਮਝ ਆਉਂਦੀ ਹੈ ਕਿ ਇਹ ਸਾਰਾ ਫੈਮਿਲੀ ਸਿਸਟਮ ਚੱਲਦਾ ਕਿਵੇਂ। ਉਹਦੇ 'ਚ ਆਦਤਾਂ ਪੈਣਗੀਆਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਚਲਾਉਣ ਵੇਲੇ ਵੀ ਹੈਲਪ ਕਰੇਗਾ। ਮੈਂ ਤਾਂ ਆਪਣੇ ਬੇਟੇ ਨੂੰ ਈਵਨ ਜਦੋਂ ਮੰਡੀ ਲੱਗਦੀ ਹੈ ਸਬਜ਼ੀ ਲੈਣ, ਮੈਂ ਨਾਲ ਲੈ ਕੇ ਜਾਂਦਾ, ਉਹਨੂੰ ਸਿਰਫ ਇਸ ਕਰਕੇ ਵੀ ਉਹਨੂੰ ਪਤਾ ਲੱਗੇ ਵੀ ਕਿੱਦਾਂ ਬਾਏ ਕਰਦੇ ਆ, ਕੀ ਦੇਖਦੇ ਆ, ਕਿਉਂਕਿ ਟ੍ਰੇਨਿੰਗ ਆ ਇਹ। ਆਪਣੇ ਨਾਲ ਹੀ ਏਦਾਂ ਪੰਛੀ ਉਡਣਾ ਸਿਖਾਉਂਦੇ ਆ, ਆਪਾਂ ਨੂੰ ਵੀ ਸਾਰਾ ਕੁਝ ਨਾਲ ਥੋੜਾ ਦੱਸਦੇ ਰਹਿਣਾ ਚਾਹੀਦਾ। ਕਿਉਂਕਿ ਆਮ ਘਰਾਂ ਦੇ ਵਿੱਚ ਇਹ ਹੁੰਦਾ ਨਾ ਕਿ ਆਪਾਂ ਕੁੜੀ ਨੂੰ ਤਾਂ ਕਹਿ ਦਿੰਦੇ ਆ ਵੀ ਤੂੰ ਝਾੜੂ ਪੋਚਾ ਕਰਨਾ ਸਿੱਖ ਲੈ, ਤੂੰ ਰਸੋਈ ਦੇ ਕੰਮ ਕਰਨੇ ਸਿੱਖ ਲੈ, ਕਿਉਂਕਿ ਤੂੰ ਅਗਲੇ ਘਰ ਜਾਣਾ ਹੈ। ਪਰ ਉਹ ਸਿੱਖਿਆ ਆਪਾਂ ਮੁੰਡਿਆਂ ਨੂੰ ਨਹੀਂ ਦਿੰਦੇ, ਹਨਾ, ਜਿਹੜੀ ਬਾਅਦ ਦੇ ਵਿੱਚ ਜਾ ਕੇ ਦਿੱਕਤਾਂ ਖੜੀਆਂ ਹੁੰਦੀਆਂ ਨੇ। ਨਹੀਂ, ਮੁੰਡਿਆਂ ਨੂੰ ਵੀ ਬੇਸਿਕ ਕੰਮ ਆਉਣੇ ਚਾਹੀਦੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਘਰ 'ਚ ਰੂਟੀਨ 'ਚ ਕੀ ਕੰਮ ਹੋ ਰਹੇ ਨੇ ਤਾਂ ਕਿ ਬੱਚੇ ਆਪਣਾ ਕੰਮ ਆਪ ਕਰ ਸਕਣ। ਰਾਜਦੀਪ ਸਿੰਘ ਧਾਲੀਵਾਲ ਜੀ ਤੇ ਡਾਕਟਰ ਅਕਸ਼ਿਤਾ ਧਾਲੀਵਾਲ ਜੀ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਕੁਝ ਹੋਰ ਤੁਸੀਂ ਲਾਸਟ ਦੇ ਵਿੱਚ ਜਾਂਦੇ ਕਹਿਣਾ ਚਾਹੁੰਦੇ ਹੋ? ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਜੋ ਪਰਿਵਾਰ ਹੈ ਇੱਕ ਗੱਡੀ ਹੈ ਜਿਹੜੀ ਇਕੱਲੀ ਨਹੀਂ ਤੁਰ ਸਕਦੀ। ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤੇ ਪਿਆਰ ਨਾਲ, ਵਿਸ਼ਵਾਸ ਨਾਲ ਤੇ ਇੱਕ ਦੂਜੇ ਦਾ ਮਾਨ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ। ਅੰਮ੍ਰਿਤ ਜੀ, ਮੈਂ ਤਾਂ ਜਿਵੇਂ ਮੇਰੇ ਵਾਈਫ ਦੱਸ ਰਿਹਾ, ਮੈਂ ਤਾਂ ਇਹ ਕਹਿੰਦਾ ਵੀ ਅਸੀਂ ਇੰਨੇ ਸਾਲ ਜਿਹੜਾ ਹੈਗਾ, ਮੈਂ ਤੇ ਮੇਰੇ ਵਾਈਫ ਅਸੀਂ ਰਲ ਕੇ ਚੱਲੇ ਜੀ, ਔਰ ਬੱਚੇ ਨੇ, ਫੈਮਿਲੀ ਹੈ। ਕੁਝ ਸਮਾਂ ਇਹੋ ਜਿਹਾ ਹੁੰਦਾ ਜਦੋਂ ਤੁਸੀਂ ਬੱਚਿਆਂ ਬਾਰੇ ਸੋਚਦੇ, ਕੁਝ ਮਾਂ-ਬਾਪ ਬਾਰੇ ਸੋਚਦੇ ਆ, ਪਰ ਕੁਝ ਸਮਾਂ ਤੁਹਾਡਾ ਆਪਸ 'ਚ ਹੁੰਦਾ ਹੈ। ਤੁਹਾਨੂੰ ਇੱਕ ਦੂਏ ਨਾਲ ਰਲ ਕੇ ਚੱਲਣਾ ਚਾਹੀਦਾ। ਇਸ ਤੋਂ ਪਹਿਲਾਂ ਕਿ ਦੂਜੇ ਨੂੰ ਕੋਈ ਪ੍ਰੋਬਲਮ ਆਵੇ, ਦੂਜੇ ਮੈਂਬਰ ਨੂੰ ਸਮਝ ਆਉਣੀ ਚਾਹੀਦੀ ਹੈ। ਔਰ ਸਾਨੂੰ ਇਕੱਠਿਆਂ ਹੋ ਕੇ ਇਹ ਪਰਿਵਾਰ ਦਾ ਜਿਹੜਾ ਕਲਚਰ ਹੈ ਜਿੰਨਾ ਸੋਹਣਾ ਆ, ਹੈ ਨਾ, ਘਰ ਸੁੱਖ ਬਸੇ ਬਾਹਰ ਸੁੱਖ ਪਾਇਆ, ਬਾਣੀ ਦੇ ਵਿੱਚ ਵੀ ਲਿਖਿਆ। ਇਸ ਕਰਕੇ ਆਪਾਂ ਨੂੰ ਪਰਿਵਾਰ ਜਿੰਨੇ ਸੋਹਣੇ ਹੋਣਗੇ, ਸਮਾਜ ਆਪਣੇ ਆਪ, ਮੁਹੱਲੇ ਸੁੰਦਰ ਹੁੰਦੇ ਜਾਣਗੇ, ਸਮਾਜ ਸੋਹਣਾ ਹੁੰਦਾ ਜਾਊਗਾ। ਇਹ ਪਰਿਵਾਰਾਂ 'ਚ ਹੀ ਸੰਸਕਾਰ ਨੇ ਜਿਹੜੇ ਕਿ ਬਾਹਰ ਜਾ ਕੇ ਬੱਚਿਆਂ ਨੇ ਐਕਸਪ੍ਰੈਸ ਕਰਨੇ ਆ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਮਾਹੌਲ ਸਿਰਜੀਏ, ਆਪਣੇ ਬੱਚਿਆਂ ਲਈ ਸਿਰਜੀਏ, ਇੱਕ ਦੂਏ ਨੂੰ ਸਪੇਸ ਦਈਏ ਕਰਨ ਦੀ ਸਮਰੱਥਾ ਜਿਹੜੀ ਹੈਗੀ ਜਿਸ ਮੈਂਬਰ ਦੀ ਵੀ, ਚਾਹੇ ਮੇਰੇ ਵਾਈਫ ਨੇ, ਬੇਟਾ ਹੈ, ਉਹਨੂੰ ਜੋ ਉਹਦੀ ਸਮਰੱਥਾ ਉਹਦੇ ਹਿਸਾਬ ਨਾਲ ਉਹਨੂੰ ਖੁੱਲ੍ਹ ਮਿਲੇ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਜ਼ਿੰਦਗੀ 'ਚ ਆਊਟਪੁੱਟ ਦੇ ਸਕੇ, ਬਿਗ ਗਿਵ ਬੈਕ ਟੂ ਸੁਸਾਇਟੀ ਦੇ ਸਕੀਏ ਅਸੀਂ। ਠੀਕ ਹੈ। ਰਾਜਦੀਪ ਸਿੰਘ ਧਾਲੀਵਾਲ ਜੀ ਤੇ ਡਾਕਟਰ ਅਕਸ਼ਿਤਾ ਧਾਲੀਵਾਲ ਜੀ, ਤੁਹਾਡਾ ਅਸੀਂ ਪ੍ਰੋਗਰਾਮ 'ਚ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ।